ਪੰਜਾਬ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਕਈ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕਰਾਂਗੇ। ਮੇਰੇ ਨਾਲ ਨੇ ਇਸ ਸਮੇਂ ਪ੍ਰੋਫੈਸਰ ਮੁਹੰਮਦ ਖਾਲਿਦ, ਜਿਹੜੇ ਰਾਜਨੀਤੀ ਸ਼ਾਸਤਰ ਪੜ੍ਹਾਉਂਦੇ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ, ਲਗਾਤਾਰ ਟਿੱਪਣੀਕਾਰ ਵੀ ਨੇ, ਟਿੱਪਣੀਆਂ ਵੀ ਕਰਦੇ ਨੇ, ਤੇ ਸਰਦਾਰ ਜਗਤਾਰ ਸਿੰਘ ਜੀ, ਸੀਨੀਅਰ ਜਰਨਲਿਸਟ ਤੇ ਲੇਖਕ। ਔਰ ਅੱਜ ਅਸੀਂ ਚਰਚਾ ਕਰਾਂਗੇ ਕੁਝ ਮਹੱਤਵਪੂਰਨ ਮੁੱਦੇ ਜਿਹੜੇ ਲਗਾਤਾਰ ਸਾਡੇ ਸਾਹਮਣੇ ਆ ਰਹੇ ਨੇ। ਇੱਕ ਦੁਬਾਰਾ ਇਸ ਜਲੰਧਰ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਕੁਝ ਲੀਡਰਾਂ ਦੇ ਫੇਰ ਬਿਆਨ ਇਹੋ ਜਿਹੇ ਆਏ ਨੇ, ਕੁਝ ਦਰੇਗ ਵੀ ਹੁੰਦਾ ਹੈ। ਮੇਰਾ ਖਿਆਲ ਹੈ ਉਹਨਾਂ ਦੇ ਦਿਮਾਗਾਂ ਦੇ ਵਿੱਚ ਕਿਉਂ ਨਹੀਂ ਜਿੱਤੇ, ਕਿਉਂ ਟੁੱਟ ਗਏ, ਕਿਹੜੇ ਕਾਰਨ ਕਰਕੇ ਅੱਡ ਹੋ ਗਏ। ਅਕਾਲੀ ਦਲ ਦੇ ਕੁਝ ਲੀਡਰਾਂ ਵੱਲੋਂ ਫੇਰ ਖਾਹਿਸ਼ ਇਹੋ ਜਿਹੀ ਆਈ ਹੈ ਵੀ ਜੇ ਗਠਬੰਧਨ ਕਾਇਮ ਰਹਿੰਦਾ, ਗੱਠਜੋੜ ਬੀਜੇਪੀ ਨਾਲ, ਤਾਂ ਸ਼ਾਇਦ ਅਸੀਂ ਜਿੱਤ ਜਾਂਦੇ ਫੇਰ। ਤਾਂ ਇਹਦੇ ਤੋਂ ਇੱਕ ਕਿਆਸਾ ਰਾਹੀਆਂ ਮੁੜ ਕੇ ਸ਼ੁਰੂ ਹੋ ਜਾਂਦੀਆਂ ਨੇ ਕਿ ਬੀਜੇਪੀ ਵੀ ਇਹ ਮਹਿਸੂਸ ਕਰਦੀ ਹੋਏਗੀ ਕਿ ਪੇਂਡੂ ਖੇਤਰ 'ਚ ਉਹਨੂੰ ਨਹੀਂ ਉਸ ਲੈਵਲ ਦਾ ਹੁੰਗਾਰਾ ਮਿਲਿਆ, ਤੇ ਅਕਾਲੀ ਦਲ ਨੂੰ ਵੀ ਜਿਵੇਂ ਇਹ ਸ਼ਹਿਰ ਔਰ ਪਿੰਡ ਦਾ, ਹਿੰਦੂ ਅਤੇ ਸਿੱਖ ਦਾ ਇੱਕ ਕੰਬੀਨੇਸ਼ਨ ਜਿਹਾ ਬਣਾ ਕੇ ਚੱਲ ਰਿਹਾ ਸੀ ਕੰਮ, ਕਿ ਉਹਦੇ 'ਚ ਕੋਈ ਫਰਕ ਪਿਆ। ਔਰ ਦੂਸਰਾ, ਸਰਕਾਰ ਥੋੜੀ ਜਿਹੀ ਉਤਸ਼ਾਹ 'ਚ ਹੈ, ਤੇ ਉਤਸ਼ਾਹ 'ਚ ਹੈ ਜਿਹੜਾ ਉਹਨਾਂ ਦੇ ਮਿਨਿਸਟਰ ਨੇ ਲੋਕਲ ਬਾਡੀ ਦੇ, ਉਹਨਾਂ ਨੇ ਇਹ ਵੀ ਕਿਹਾ ਵੀ ਹੁਣ ਅਸੀਂ ਮਿਊਨਿਸਪਲ ਕਾਰਪੋਰੇਸ਼ਨਾਂ ਤੇ ਕਮੇਟੀਆਂ ਦੀਆਂ ਇਲੈਕਸ਼ਨਾਂ ਵੀ ਕਰਾਵਾਂਗੇ। ਹਾਲਾਂਕਿ ਜਨਵਰੀ ਲੰਘ ਗਈ ਹੈ, ਜਨਵਰੀ 'ਚ ਡੈਡਲਾਈਨ ਸੀਗੀ, ਉਹਨਾਂ ਦਾ ਟੈਨਿਓਰ ਪੂਰਾ ਹੋ ਗਿਆ। ਪਟਿਆਲੇ ਦਾ, ਅੰਮ੍ਰਿਤਸਰ ਦਾ, ਜਲੰਧਰ ਦਾ, ਲੁਧਿਆਣੇ ਦਾ, ਫਗਵਾੜਾ ਜਦੋਂ ਦੀ ਬਣੀ ਹੈ ਕਾਰਪੋਰੇਸ਼ਨ, ਉਹਦੀ ਅੱਜ ਤੱਕ ਚੋਣ ਹੋਈ ਓ ਨਹੀਂ। 34 ਹੋਰ ਨਗਰ ਕੌਂਸਲਾਂ ਦਾ ਦਸੰਬਰ ਤੋਂ ਲੈ ਕੇ ਫਰਵਰੀ ਦੇ ਵਿੱਚ ਟੈਨਿਓਰ ਪੂਰਾ ਹੋ ਗਿਆ, ਤੇ ਹੁਣ ਸ਼ਾਇਦ ਉਹਨਾਂ ਨੂੰ ਲੱਗਦਾ ਵੀ ਇਹ ਜਿੱਤਣ ਤੋਂ ਬਾਅਦ ਕੋਈ ਫਾਇਦਾ ਹੀ ਹੋਏ। ਹਰ ਪੋਲੀਟੀਸ਼ੀਅਨ ਉਸ ਤਰੀਕੇ ਨਾਲ ਸੋਚਦਾ ਹੈ। ਗੱਲ ਇਹਦੇ ਤੇ ਵੀ ਕਰਾਂਗੇ, ਤੇ ਗੱਲ ਜਥੇਦਾਰ ਸਾਹਿਬ ਦੇ ਇੱਕ ਮੰਗਣੀ ਤੇ, ਜਿਹੜੀ ਕਿ ਚਰਚਿਤ ਮੰਗਣੀ ਹੈ ਸੱਤਾਧਾਰੀ ਧਿਰ ਦੇ ਇੱਕ ਵੱਡੇ ਆਗੂ ਰਾਘਵ ਚੱਡਾ ਤੇ ਫਿਲਮ ਐਕਟਰੈਸ ਪ੍ਰਨੀਤੀ ਚੋਪੜਾ ਦੀ ਮੰਗਣੀ ਦੇ ਦੌਰਾਨ ਜਥੇਦਾਰ ਸਾਹਿਬ ਜਾਂਦੇ ਨੇ, ਤੇ ਉਹਦੇ ਤੇ ਕਈ ਓਪਨ ਟਿੱਪਣੀਆਂ ਵੀ ਕਰਦੇ ਨੇ, ਸੋਸ਼ਲ ਮੀਡੀਆ ਤੇ ਬੜਾ ਕਰ ਰਹੇ ਨੇ। ਈਵਨ ਅਕਾਲੀ ਦਲ ਵੱਲੋਂ ਵੀ ਵਿਰਸਾ ਸਿੰਘ ਬਲਟੋਆ ਨੇ ਓਪਨ ਆ ਕੇ ਕਿਹਾ, ਜਾਂ ਬਾਕੀ ਕੁਝ ਲੋਕ ਵੀ ਚਰਚਾਵਾਂ ਕਰ ਰਹੇ ਨੇ ਜਥੇਦਾਰ ਸਾਹਿਬ ਨੂੰ ਜਾਣਾ ਚਾਹੀਦਾ, ਨਹੀਂ ਜਾਣਾ ਚਾਹੀਦਾ, ਕੀ ਮਾਮਲੇ ਨੇ। ਇਹ ਸਾਰੀਆਂ ਤੇ ਗੱਲ ਕਰਾਂਗੇ। ਮੈਂ ਸਭ ਤੋਂ ਪਹਿਲਾਂ ਸਟਾਰਟ ਕਰੂੰਗਾ ਪ੍ਰੋਫੈਸਰ ਖਾਲਿਦ ਸਾਹਿਬ, ਜਿਹੜਾ ਅਕਾਲੀ ਬੀਜੇਪੀ ਦਾ ਬਾਰ-ਬਾਰ ਸ਼ੁਰੂ ਤੋਂ ਜੀ ਹੀ ਜਦ ਤੋਂ ਗੱਠਜੋੜ ਰਿਹਾ ਹੈ, ਲਗਾਤਾਰ ਕਾਫੀ 25-26 ਸਾਲ ਲਗਾਤਾਰ ਵੀ ਰਹਿ ਗਿਆ, ਉਦੋਂ ਪਹਿਲਾਂ ਵੀ ਚੱਲਦਾ ਸੀ ਲਵ ਹੇਟ ਰਿਲੇਸ਼ਨਸ਼ਿਪ ਇੱਕ ਟਾਈਪ ਦਾ। ਜੀ ਜੀ ਹੁਣ ਜਿਹੜੀਆਂ ਇਹ ਕਨਸੋਹਾਂ ਚੱਲ ਰਹੀਆਂ ਨੇ, ਇਹਨੂੰ ਤੁਸੀਂ ਬਾਰ-ਬਾਰ ਕਿਵੇਂ ਦੇਖਦੇ ਹੋ? ਇਹ 'ਚ ਕੋਈ ਤੰਤ ਹੈ, ਜਾਂ ਬਸ ਇਹ ਕਈ ਵਾਰ ਚਰਚਾ ਲਈ ਉਹ ਬਣਾ ਲਈਆਂ ਜਾਂਦੀਆਂ ਨੇ, ਜਾਂ ਕੋਈ ਸਕੋਪ ਕਿਸੇ ਟਾਈਪ ਦਾ ਨਜ਼ਰ ਆਉਂਦਾ? ਇਦਾਂ ਹੈ ਮੀਰ ਸਿੰਘ ਜੀ ਕਿ ਇੱਕ ਲੰਬੇ ਸਮੇਂ ਤੱਕ ਇਹ ਗੱਠਜੋੜ ਰਿਹਾ ਹੈ। ਔਰ ਬਾਦਲ ਸਾਹਿਬ ਕਹਿੰਦੇ ਹੁੰਦੇ ਸੀਗੇ 9 ਮਾਸ ਦਾ ਰਿਸ਼ਤਾ ਹੈ, ਔਰ 9 ਮਾਸ ਦਾ ਰਿਸ਼ਤਾ ਜਿਹੜਾ ਸੀਗਾ ਉਹ ਤੜਿੱਕ ਕਰਕੇ ਟੁੱਟ ਗਿਆ। ਉਸ ਤੋਂ ਬਾਅਦ ਇਹ ਹੈਗਾ ਕਿ ਦੋਨਾਂ ਧਿਰਾਂ ਨੇ ਆਪਣੇ ਤੋਂ ਦੂਰੀ ਬਣਾਈ, ਲੇਕਿਨ ਆ ਇਲੈਕਸ਼ਨ ਉਹਨਾਂ ਨੂੰ ਇਹ ਮਹਿਸੂਸ ਕਰਵਾ ਰਿਹਾ ਕਿ ਯਾਰ ਆਪਾਂ ਇਕੱਠੇ ਹੁੰਦੇ, ਕਿਉਂਕਿ 1,10,12,000 ਵੋਟ ਉਹ ਲੈ ਗਏ, 1,34,000 ਵੋਟ ਉਹ ਲੈ ਗਏ, ਤੇ ਇਕੱਠੀ ਹੋ ਜਾਂਦੀ ਤਾਂ ਸਾਡੀ ਗੱਲ ਬਣ ਸਕਦੀ ਸੀਗੀ। ਲੇਕਿਨ ਇਹਦੇ ਵਿੱਚੋਂ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਨਿਕਲਦੀਆਂ। ਪਹਿਲੀ ਚੀਜ਼ ਤਾਂ ਇਹ ਹੈ, ਕਿਆ ਬੀਐਸਪੀ ਨੂੰ ਅਗਰ ਅਲਾਇੰਸ ਹੁੰਦਾ ਹੈ ਤਾਂ ਕਿਆ ਬੀਐਸਪੀ ਨੂੰ ਲਾਂਬੇ ਕਰਕੇ ਅਲਾਇੰਸ ਹੋਏਗਾ, ਜਾਂ ਇਹ ਤਿੰਨਾਂ ਦਾ ਅਲਾਇੰਸ ਹੋਏਗਾ? ਅਗਰ ਤਿੰਨਾਂ ਦਾ ਅਲਾਇੰਸ ਹੋਏਗਾ, ਕਿਆ ਬੀਐਸਪੀ ਐਗਰੀ ਕਰੇਗੀ ਜਾਂ ਨਹੀਂ ਕਰੇਗੀ? ਪਹਿਲੀ ਚੀਜ਼। ਦੂਸਰੀ ਚੀਜ਼ ਇਹ ਹੈਗੀ ਹੈ ਕਿ ਇਸ ਵੇਲੇ ਬੀਜੇਪੀ ਭਾਰੂ ਹੈ, ਬੀਜੇਪੀ ਦੇ ਸੈਂਟਰ 'ਚ ਸਰਕਾਰ ਹੈ, ਬਾਕੀ ਜਗ੍ਹਾ ਤੇ ਸਰਕਾਰਾਂ ਹੈਗੀਆਂ। ਅਗਰ ਅਲਾਇੰਸ ਹੁੰਦਾ ਹੈ ਤਾਂ ਟਰਮਸ ਐਂਡ ਕੰਡੀਸ਼ਨਸ ਬੀਜੇਪੀ ਦੀਆਂ ਹੋਣਗੀਆਂ, ਅਕਾਲੀ ਦਲ ਦੀਆਂ ਟਰਮਸ ਐਂਡ ਕੰਡੀਸ਼ਨ ਨਹੀਂ ਹੋ ਸਕਦੀਆਂ। ਪਹਿਲਾਂ ਸੀਗਾ ਅਕਾਲੀ ਦਲ ਸੀਨੀਅਰ ਪਾਰਟਨਰ ਹੁੰਦਾ ਸੀਗਾ ਪੰਜਾਬ ਦੇ ਵਿੱਚ, ਤੇ ਬੀਜੇਪੀ ਜੂਨੀਅਰ ਪਾਰਟਨਰ ਹੁੰਦੀ ਸੀ। ਹੁਣ ਅਗਰ ਹੋਏਗਾ, ਅਗਰ ਹੁੰਦਾ ਹੈ, ਤਾਂ ਡੈਫੀਨੇਟਲੀ ਬੀਜੇਪੀ ਜਾਂ ਤਾਂ ਬਰਾਬਰ ਸੀਟਾਂ ਲੜੇਗੀ ਜਾਂ ਜ਼ਿਆਦਾ ਸੀਟਾਂ ਲੜੇਗੀ। ਔਰ ਅਕਾਲੀ ਦਲ ਨੇ ਅਗਰ ਅਲਾਇੰਸ ਕਰਨਾ ਹੈ ਤਾਂ ਉਹਦੇ ਨਾਲ ਮੰਨਣਾ ਪਊਗਾ, ਅਦਰਵਾਈਜ਼ ਇਹ ਅਲਾਇੰਸ ਨਹੀਂ ਹੋ ਪਾਏਗਾ। ਇਹ ਜਿਹੜਾ ਹੈਗਾ, ਇਹ ਦੋ ਚੀਜ਼ਾਂ ਇਸ ਇਲੈਕਸ਼ਨ ਦੇ ਵਿੱਚੋਂ ਔਰ ਉਸ ਤੋਂ ਪਹਿਲਾਂ ਵੀ ਜਿਹੜੀ ਸੁਦਗੁਰਾਹਟ ਹੋ ਰਹੀ ਹੈ ਉਹਦੇ ਵਿੱਚੋਂ ਨਿਕਲਦੀਆਂ। ਲੇਕਿਨ ਇਹਦੇ ਵਿੱਚ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੈ। ਪਹਿਲਾਂ ਜਿਸ ਵੇਲੇ ਇਲੈਕਸ਼ਨ ਹੁੰਦਾ ਥਾ, ਉਹ ਥਾ ਅਕਾਲੀ ਦਲ ਬੀਜੇਪੀ ਵਰਸਸ ਕਾਂਗਰਸ, ਔਰ ਕਾਂਗਰਸ ਨੂੰ ਤਕਰੀਬਨ 19% ਹੀ ਵੋਟ ਪੈਂਦੀ ਸੀ, ਜਿੰਨੀ ਇਹਨਾਂ ਦੋਨਾਂ ਦੀ ਕੰਬਾਈਨਡ ਵੋਟ ਹੁੰਦੀ ਸੀ। ਹੁਣ ਤੀਸਰਾ ਫੈਕਟਰ ਹੈਗਾ ਆਮ ਆਦਮੀ ਪਾਰਟੀ ਦਾ। ਆਮ ਆਦਮੀ ਪਾਰਟੀ ਨਾ ਕੇਵਲ ਦੋਨਾਂ ਦੀਆਂ ਵੋਟਾਂ ਨੂੰ ਸੇਧ ਲਾਏਗੀ ਔਰ ਆਪਣੀਆਂ ਸੀਟਾਂ ਕੱਢਣ ਦੀ ਕੋਸ਼ਿਸ਼ ਕਰੇਗੀ। ਜਲੰਧਰ ਜਿੱਤ ਕੇ ਉਹਨਾਂ ਦਾ ਇਹ ਹੋ ਗਿਆ ਕਿ ਅਸੀਂ 2024 ਦਾ ਇਲੈਕਸ਼ਨ ਜਿਹੜਾ ਹੈਗਾ
ਉਹ ਪੂਰੇ ਦਬਾਅ ਨਾਲ ਲੜਾਂਗੇ ਔਰ ਜਿੱਤਾਂਗੇ। ਉਸ ਸਿਚੁਏਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੋਟ ਦਾ ਫੈਕਟਰ ਜਿਹੜਾ ਹੈਗਾ ਉਹ ਬੜਾ ਇੰਪੋਰਟੈਂਟ ਹੋਏਗਾ ਕਿ ਉਹ ਅਕਾਲੀ ਦਲ ਦਾ ਜਾਂਦੀ ਹੈ ਵੋਟ ਜਾਂ ਕਾਂਗਰਸ ਦੀ ਵੋਟ ਜਾਂਦੀ ਹੈ। ਇੱਕ ਹੋਰ ਇਹਦੇ ਵਿੱਚ ਇੰਪੋਰਟੈਂਟ ਚੀਜ਼ ਇਹ ਹੋਗੀ ਕਿ ਜਿਹੜਾ 2024 ਦਾ ਇਲੈਕਸ਼ਨ ਹੈ, ਅਗਰ ਕੋਈ ਵੀ ਅਲਾਇੰਸ ਨਹੀਂ ਹੁੰਦਾ, ਮਤਲਬ ਬੀਐਸਪੀ ਅਕਾਲੀ ਦਲ ਦਾ ਅਲਾਇੰਸ ਰਹਿੰਦਾ ਹੈ, ਬੀਜੇਪੀ ਔਰ ਇਹ ਚਾਰੇ ਜਿਵੇਂ ਹੁਣ ਇਲੈਕਸ਼ਨ ਲੜੇ ਹੈ, ਤਾਂ ਉਹਦੇ ਵਿੱਚ 2024 ਦਾ ਇਲੈਕਸ਼ਨ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਵਰਸਸ ਕਾਂਗਰਸ ਹੋਏਗਾ। ਯਾਨੀ ਦੋ ਮੇਜਰ ਪਲੇਅਰ ਹੋਣਗੇ ਔਰ ਅਕਾਲੀ ਦਲ ਉਸੇ ਤਰੀਕੇ ਦੇ ਨਾਲ ਤੀਜੇ ਨੰਬਰ ਤੇ ਹੋਏਗਾ ਜਾਂ ਅਕਾਲੀ ਦਲ ਕਿਸੇ ਕਿਸੇ ਜਗ੍ਹਾ ਤੇ ਆਪਣੀਆਂ ਸੀਟਾਂ ਕੱਢਣ ਦੀ ਕੋਸ਼ਿਸ਼ ਕਰਾ ਬੀਐਸਪੀ ਦੇ ਉਹਦੇ ਨਾਲ। ਲੇਕਿਨ ਇਹ ਇਲੈਕਸ਼ਨ ਇਹ ਵੀ ਕਹਿੰਦਾ ਹੈ ਕਿ ਬੀਐਸਪੀ ਆਪਣੀ ਵੋਟ ਟ੍ਰਾਂਸਫਰ ਨਹੀਂ ਕਰ ਸਕੀ, ਅਕਾਲੀ ਦਲ ਦੀ ਵੋਟ ਜਿਹੜੀ ਹੈਗੀ ਹੈ ਪਹਿਲਾਂ ਨਾਲੋਂ ਵੀ ਨੀਚੇ ਚਲੀ ਗਈ। ਇਸ ਸਿਚੁਏਸ਼ਨ ਦੇ ਵਿੱਚ ਇਹ ਦੋਨਾਂ ਪਾਰਟਨਰਸ ਨੂੰ ਇਹ ਵੀ ਸੋਚਣਾ ਪਏਗਾ ਕਿ ਕਿਆ ਸਾਡਾ ਜਿਹੜਾ ਅਲਾਇੰਸ ਹੈ 2024 ਵਾਸਤੇ ਲਾਹੇਵੰਦ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ, ਕਿਉਂਕਿ ਹੁਣ ਤਾਂ ਉਹਨੇ ਇਸ ਤਰ੍ਹਾਂ ਦਾ ਕੋਈ ਕਰਾਮਾਤ ਨਹੀਂ ਦਿਖਾਈ। ਹਾਲਾਂਕਿ ਇਹ ਕਹਿੰਦੇ ਸੀਗੇ ਜੀ ਕਿ ਦਲਿਤ ਫੈਕਟਰ ਬਹੁਤ ਹੈ, ਦਲਿਤ ਵੋਟ ਬਹੁਤ ਹੈ, ਬੀਐਸਪੀ ਦੇ ਨਾਲ ਅਲਾਇੰਸ ਜਿਹੜਾ ਹੈਗਾ ਪੇ ਕਰੇਗਾ, ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਜ਼ਰ ਜਿਹੜੀ ਹੈਗੀ ਹੈ ਨਹੀਂ ਆਈ। ਇਹ ਦੋਨਾਂ ਪਾਰਟੀਆਂ ਯਾਨੀ ਬੀਐਸਪੀ ਵੀ ਔਰ ਅਕਾਲੀ ਦਲ ਵੀ ਸੋਚ ਰਹੇ ਹੋਣਗੇ ਕਿ 2024 ਦੇ ਵਿੱਚ ਅਸੀਂ ਕਿਹਦੇ ਨਾਲ ਅਲਾਇੰਸ ਕਰਕੇ ਜਾਈਏ, ਤਾਂ ਉਹਦੀਆਂ ਅਗਰ ਕਰਦੇ ਆ ਅਲਾਇੰਸ ਅਗਰ ਅਲਾਇੰਸ ਤੋੜਦੇ ਆ ਉਹਦੀਆਂ ਅਲੱਗ ਇੰਪਲੀਕੇਸ਼ਨਸ ਹੈ, ਅਗਰ ਇਸੇ ਅਲਾਇੰਸ ਦੇ ਨਾਲ ਅੱਗੇ ਵਧਦੇ ਆ 2024 ਵਾਸਤੇ ਉਹਦੀਆਂ ਡਿਫਰੈਂਟ ਇੰਪਲੀਕੇਸ਼ਨਸ ਹੈ। ਸਰਦਾਰ ਜਗਤਾਰ ਸਿੰਘ ਜੀ, ਜਿਵੇਂ ਕੱਲੀ ਜਲੰਧਰ ਨੂੰ ਨਾ ਆਪਾਂ ਦੇਖੀਏ, ਨੈਸ਼ਨਲ ਸੀਨ ਵੀ ਦੇਖੀਏ, ਕਰਨਾਟਕਾ ਚੋਂ ਬੀਜੇਪੀ ਹਾਰ ਗਈ ਬੁਰੀ ਤਰ੍ਹਾਂ ਜਿਵੇਂ ਕਾਂਗਰਸ, ਔਰ ਜੇ ਇੰਟਾਇਰ ਆਪੋਜੀਸ਼ਨ ਇਕੱਠੀ ਹੋਣ ਵੱਲ ਚੱਲਦੀ ਹੈ, ਜਿਹੜੇ ਬਾਕੀ ਗਰੁੱਪ ਨੇ ਹੋਰ ਜਿਵੇਂ ਤਾਮਿਲਨਾਡੂ ਚੋਂ ਆ ਰਿਹਾ, ਵੈਸਟ ਬੰਗਾਲ ਚੋਂ ਆ ਰਿਹਾ, ਤੇਲੰਗਾਨਾ ਵਾਲੇ ਵੀ ਇਹਦੇ ਤੋਂ ਅਲੱਗ ਚੱਲ ਰਹੇ ਨੇ, ਵੱਖ-ਵੱਖ ਟਾਈਪ ਦੇ, ਤਾਂ ਉਹੀ ਜੀ ਕੰਡੀਸ਼ਨ ਦੇ ਵਿੱਚ ਜਿਵੇਂ ਪਹਿਲਾਂ ਵੀ ਇੱਕ ਵਾਰ ਪੰਜਾਬ 'ਚ ਹੋਇਆ ਸੀ ਕਿ ਅਕਾਲੀ ਬੀਜੇਪੀ ਟੁੱਟਣ ਦੇ ਕਿਨਾਰੇ ਸੀ, ਜਦੋਂ ਸੁਖਬੀਰ ਸਿੰਘ ਬਾਦਲ ਨੇ ਬਾਰਡਰ ਤੇ ਰੈਲੀਆਂ ਉਲੀਕਤੀਆਂ ਸੀ, ਅਮਿਤ ਸ਼ਾਹ ਨੇ ਆਉਣਾ ਸੀ ਨਸ਼ੇ ਦੇ ਮੁੱਦੇ ਤੇ, ਪਰ ਫਿਰ ਦਿੱਲੀ ਇਲੈਕਸ਼ਨ ਆ ਗਈ ਸੀ, ਮੁੜ ਕੇ ਅਕਾਲੀ ਬੀਜੇਪੀ ਫੇਰ ਸ਼ੇਅਰਿੰਗ ਉਸੇ ਲੈਵਲ ਦੀ ਹੋ ਗਈ। 1996 ਦੇ ਵਿੱਚ ਵੀ ਪਾਰਲੀਮੈਂਟ ਚੋਣ ਲੜੀ ਬੀਐਸਪੀ ਔਰ ਅਕਾਲੀ ਦਲ ਨੇ, ਔਰ ਉਦੋਂ ਤਾਂ ਸੀਟਾਂ ਵੀ ਕਾਫੀ ਲੈ ਗਏ ਸੀ, ਪਰ ਤੁਰੰਤ ਜਾ ਕੇ ਉਹ ਬੀਜੇਪੀ ਨਾਲ ਅਲਾਇੰਸ 'ਚ ਚਲੇ ਗਏ ਸੀ, ਬੀਐਸਪੀ ਵਾਲਾ ਛੱਡ ਗਏ ਸੀ। ਬੀਐਸਪੀ ਵੀ ਕੋਈ ਲਗਾਤਾਰ ਅਲਾਇੰਸ ਨਿਭਾਉਣ ਵਾਲੀ ਪਾਰਟੀ ਨਹੀਂ ਲੱਗਦੀ ਮੇਰੇ ਖਿਆਲ ਨਾਲ, ਸ਼ੁਰੂ ਤੋਂ ਹੀ ਉਹਦਾ ਜੋ ਆਪਾਂ ਦੇਖਦੇ ਆ, ਉਹਨੇ ਬੀਜੇਪੀ ਨਾਲ ਵੀ ਯੂਪੀ 'ਚ ਕੀਤਾ, ਉਹਨੇ ਮੁਲਾਇਮ ਸਿੰਘ ਯਾਦਵ ਦੇ ਨਾਲ ਵੀ ਕੀਤਾ, ਬਾਅਦ ਦੇ ਵਿੱਚ ਅਖਿਲੇਸ਼ ਯਾਦਵ ਤੇ ਬੀਐਸਪੀ ਵੀ ਰਹੀ, ਔਰ ਹਰ ਇਲੈਕਸ਼ਨ ਤੇ ਨਤੀਜਿਆਂ ਤੋਂ ਬਾਅਦ ਟੁੱਟ ਜਾਂਦਾ ਹੈ ਉਹ ਅਲਾਇੰਸ ਕਿਸੇ ਨਾ ਕਿਸੇ ਰੂਪ ਦੇ ਵਿੱਚ। ਕੀ ਇੱਥੇ ਇਹ ਚਿਰਸਥਾਈ ਰਹਿ ਸਕਦਾ ਅਕਾਲੀ ਬੀਐਸਪੀ ਨੰਬਰ 1? ਜੇ ਉਹ ਟੁੱਟ ਕੇ ਜਾਂਦਾ ਜਾਂ ਇਹਨਾਂ ਨੂੰ ਲੱਗਦਾ ਕਿ ਨਹੀਂ ਬੀਜੇਪੀ ਤੇ ਅਕਾਲੀ ਉਹ ਠੀਕ ਨੇ, ਜਾਂ ਉਧਰ ਨੂੰ ਜਾ ਸਕਦਾ, ਕਿਹੋ ਜਿਹਾ ਮਾਹੌਲ ਆਪਾਂ ਚਿਤਰ ਸਕਦੇ ਹਾਂ ਕਿ ਕੀ ਹੋ ਸਕਦਾ ਇਸ ਮਾਹੌਲ? ਪਹਿਲੀ ਗੱਲ ਤਾਂ ਜਿਹੜਾ ਪੰਜਾਬ ਦਾ ਸਿਆਸੀ ਮਾਹੌਲ ਹੈ, ਆਪਾਂ 2 ਮਿੰਟ ਇਹਦੀ ਗੱਲ ਕਰ ਲਈਏ। 2017 ਦੀ ਇਲੈਕਸ਼ਨ ਤੱਕ ਪੰਜਾਬ ਦੀ ਜਿਹੜਾ ਸਿਸਟਮ ਹੈ, ਇਲੈਕਸ਼ਨ ਸਿਸਟਮ, ਇਹ ਬਾਈਪੋਲਰ ਸੀ। ਅਕਾਲੀ ਦਲ ਵਰਸਸ ਆਪਾਂ ਕਾਂਗਰਸ ਲੈ ਲਓ, ਬੀਜੇਪੀ ਤਾਂ ਇੱਕ ਬਹੁਤ ਛੋਟਾ ਜਿਹਾ ਪਲੇਅਰ ਸੀ ਲਗਾਤਾਰ ਹੀ ਪੰਜਾਬ ਦੇ ਵਿੱਚ। ਇਲੈਕਟ੍ਰੋਨਲੀ ਬੀਜੇਪੀ ਕਦੇ ਇੰਪੋਰਟੈਂਟ ਉਸ ਲੈਵਲ ਤੇ ਰਹੀ ਹੀ ਨਹੀਂ। ਇੰਟਰਸਟਿੰਗ ਪਾਰਟ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹਿੰਦੂ ਵਿਊਜ਼ ਦੀ ਆਰਟੀਕੂਲੇਸ਼ਨ ਹੈ ਉਹ ਕਾਂਗਰਸ ਕਰਦੀ ਸੀ, ਬੀਜੇਪੀ ਨਹੀਂ ਸੀ ਕਰਦੀ। ਬੀਜੇਪੀ ਐਕਸਟ੍ਰੀਮ ਵਿਊ ਜ਼ਰੂਰ ਟਾਈਮ ਟੂ ਟਾਈਮ ਲੈਂਦੀ ਸੀ, ਲੇਕਿਨ ਜਿਹੜੀ ਹਿੰਦੂ ਕੰਸਰਨ ਦੀ ਆਰਟੀਕੂਲੇਸ਼ਨ ਉਹ ਕਾਂਗਰਸ ਕੋਲ ਸੀ। ਸੋ ਕਾਂਗਰਸ ਹਿੰਦੂ ਪਾਰਟੀ ਗਿਣੀ ਜਾਂਦੀ ਸੀ ਤੇ ਅਕਾਲੀ ਦਲ ਸਿੱਖ ਪਾਰਟੀ ਗਿਣਿਆ ਜਾਂਦਾ ਸੀ। ਇਹ ਹਿਸਟੋਰੀਕਲ ਪਰਸਪੈਕਟਿਵ। ਮੈਂ ਇਹਦੇ ਨਾਲ ਹੀ ਇੱਕ ਗੱਲ ਹੋਰ ਕਲੀਅਰ ਕਰ ਦਿੰਦਾ, ਜਿਹੜਾ ਦਲਿਤ ਫੈਕਟਰ ਹੈ ਪੰਜਾਬ ਦੇ ਵਿੱਚ, ਦਲਿਤ ਪਾਪੂਲੇਸ਼ਨ ਹਿੰਦੁਸਤਾਨ ਦੇ ਵਿੱਚੋਂ ਸਾਰੀਆਂ ਸਟੇਟ ਚੋਂ ਸਭ ਤੋਂ ਜ਼ਿਆਦਾ 32% ਹੈ। ਲੇਕਿਨ ਦਿਲਚਸਪ ਗੱਲ ਇਹ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਇੱਥੇ ਕਦੇ ਪੈਰ ਹੀ ਨਹੀਂ ਲੱਗੇ, ਜਦਕਿ ਇਸ ਪਾਰਟੀ ਦਾ ਬਾਨੀ ਕਾਂਸ਼ੀ ਰਾਮ ਇਸੇ ਹੀ ਸਟੇਟ ਤੋਂ ਸੀ। ਸੋ ਜਿਹੜਾ ਇਹ ਫੈਕਟਰ ਹੈ ਦਲਿਤ, ਅਸੀਂ ਕਈ ਵਾਰੀ ਬਹੁਤ ਵਧਾ ਚੜਾ ਕੇ ਦੇਖਦੇ ਹਾਂ, ਇਹ ਮੋਨੋਲਿਥ ਹੈ ਨਹੀਂ। ਜਿਸ ਸਟੇਟ ਦੇ ਵਿੱਚ ਬੀਐਸਪੀ ਦੇ ਪੈਰ ਹੀ ਨਹੀਂ ਲੱਗੇ ਨੇ ਦਲਿਤ ਪਾਪੂਲੇਸ਼ਨ ਤੋਂ ਬਾਅਦ, ਤੇ ਉਹਦੇ 'ਚ ਫਿਰ ਦੇਖਣਾ ਪਏਗਾ ਵੀ ਇਹਦੀਆਂ ਡਿਵੀਜ਼ਨ, ਸਬ ਡਿਵੀਜ਼ਨ ਜਿਹੜਾ ਦਲਿਤ ਕੰਸਟੀਚੁਐਂਸੀ 32% ਇਹਦੇ ਵਿੱਚ ਕੀ ਹੈ। ਸੋ ਇਹ ਮੋਨੋਲਿਥਿਕ ਨਹੀਂ ਹੈ। ਸੋ ਇਸ ਕਰਕੇ ਬੀਐਸਪੀ
ਜੇ ਕਹੀਏ ਕਿ ਦਲਿਤ ਨੂੰ ਰਿਪਰੈਜ਼ੈਂਟ ਕਰਦੀ ਹੈ, ਉਹਨਾਂ ਦੀ ਪਾਰਟੀ ਇੱਕ ਸੈਕਸ਼ਨ ਜ਼ਰੂਰ ਹੈ, ਲੇਕਿਨ ਉਹਨਾਂ ਦੇ ਕੰਸਰਨਸ ਨੂੰ ਉਸ ਨਾਲ ਆਰਟੀਕੂਲੇਟ ਨਹੀਂ ਕਰਦੀ, ਇਸੇ ਕਰਕੇ ਕਾਮਯਾਬ ਨਹੀਂ ਹੋਈ। ਸੋ ਇੱਕ ਤਾਂ ਐਸਪੈਕਟ ਇਹ ਹੈ। ਦੂਸਰਾ, ਜਿਹੜੇ ਅਕਾਲੀ ਦਲ ਬੀਜੇਪੀ ਦੀ ਅਲਾਇੰਸ ਹੈ, ਆਪਾਂ ਅੱਜ ਦੀ ਡੇਟ ਜਿਹੜੀ ਗੱਲ ਕਰ ਰਹੇ ਹਾਂ, ਇਹ ਸਾਰੇ ਹੀ ਨੋਸ਼ਨਲ ਹੈ, ਕਿਉਂਕਿ ਇਲੈਕਸ਼ਨ ਤੋਂ ਬਾਅਦ ਇਹ ਇਸ਼ੂ ਉੱਠਿਆ ਕਰਦੇ ਆ ਤੇ ਇਹਨਾਂ ਨੇ ਸਟੇਟਮੈਂਟਸ ਵੀ ਆਈਆਂ ਦੋਵਾਂ ਪਾਸਿਆਂ ਤੋਂ ਲੀਡਰਾਂ ਦੀਆਂ, ਆਪਾਂ ਤਾਂ ਇਹ ਇਸ਼ੂ ਡਿਸਕਸ ਕਰ ਰਹੇ ਹਾਂ। ਇਨਫੋਰਮੇਸ਼ਨ ਐਜ਼ ਸੱਚ ਕੰਕਰੀਟ ਹਾਲੇ ਕੋਈ ਨਹੀਂ, ਤੇ ਹਾਲੇ ਟਾਈਮ ਵੀ ਨਹੀਂ ਮੇਰੇ ਖਿਆਲ ਦੇ ਵਿੱਚ। ਲੇਕਿਨ ਇੱਕ ਗੱਲ ਇਸ ਇਲੈਕਸ਼ਨ ਦੇ ਬੜਾ ਕਮਾਲ ਦਾ ਵਰਤਾਰਾ ਸਾਹਮਣੇ ਲਿਆਂਦਾ, ਉਹ ਹੈ ਕਿ ਬੀਜੇਪੀ ਜ਼ੋਰ ਫੜ ਰਹੀ ਹੈ। ਇਕੱਲੀ ਹੋਣ ਦੇ ਬਾਵਜੂਦ 9 ਅਸੈਂਬਲੀ ਸੈਗਮੈਂਟਸ ਦੇ ਵਿੱਚੋਂ ਬੀਜੇਪੀ 2 ਸੈਗਮੈਂਟਸ ਦੇ ਵਿੱਚ ਡੋਮੀਨੇਟ ਕੀਤੀ ਹੈ। ਭਾਵੇਂ 4 ਕਾਰਨਰ ਹੈ, 4 ਕਾਰਨਰ ਤਾਂ ਹੁਣ ਪੰਜਾਬ ਦੇ ਵਿੱਚ ਰਹਿਣਾ ਹੀ ਰਹਿਣਾ। ਜਦੋਂ ਮੈਂ ਸ਼ੁਰੂ ਗੱਲ ਕੀਤੀ ਹੈ, ਬਾਈਪੋਲੈਰਿਟੀ ਤੋਂ ਮਲਟੀਪੋਲੈਰਿਟੀ ਸਿਸਟਮ ਇਹ ਹੋ ਗਿਆ। ਸੋ ਮਲਟੀਪੋਲੈਰਿਟੀ ਦੇ ਵਿੱਚ ਬੀਜੇਪੀ ਜੇ ਗੇਨ ਕਰਦੀ ਹੈ, ਇਹ ਆਪਣੇ ਆਪ ਬਹੁਤ ਵੱਡੀ ਗੱਲ ਹੈ। ਦੂਜੇ ਪਾਸੇ ਅਕਾਲੀ ਦਲ ਨੇ ਅਲਾਇੰਸ ਲੜੀ ਹੈ ਬੀਐਸਪੀ ਨਾਲ, ਤੇ ਇਹ ਜਲੰਧਰ ਦੇ ਵਿੱਚ ਬੀਐਸਪੀ ਦਾ ਫਿਰ ਵੀ ਕੁਝ ਏਰੀਆਜ਼ ਦੇ ਵਿੱਚ ਪਾਕਟਸ ਹੈਗੀਆਂ। ਸੋ ਉਹਨਾਂ ਦੇ ਵੋਟ ਮੈਨੂੰ ਲੱਗਦਾ ਕਿ ਜ਼ਿਆਦਾ, ਤੇ ਅਕਾਲੀ ਦਲ ਜੇ ਗੇਨ ਹੀ ਨਹੀਂ ਕਰ ਰਿਹਾ ਤੇ ਫਿਰ ਬੀਜੇਪੀ ਇਸ ਪਾਰਟੀ ਨਾਲ ਹੱਥ ਕਿਉਂ ਮਿਲਾਏਗੀ? ਭਾਵੇਂ ਕਰਨਾਟਕ ਦੇ ਵਿੱਚ ਵੀਕ ਹੋ ਗਈ ਹੈ, ਤੇ ਉਹ ਦੇਖਣਗੇ ਕਿ ਸਿੱਖ ਲੀਡਰਸ਼ਿਪ ਕਿਸ ਤਰੀਕੇ ਦੇ ਨਾਲ ਇੱਥੇ ਹੁੰਦੀ ਹੈ। ਇੱਕ ਗੱਲ ਬੜੀ ਕਲੀਅਰ ਹੋ ਰਹੀ ਹੈ ਲਗਾਤਾਰ ਕਿ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮੇਰੇ ਖਿਆਲ ਸਮਝ ਹੀ ਨਹੀਂ ਆ ਰਹੀ ਹੁਣ ਤੱਕ ਕਿ ਇਹ ਪਾਰਟੀ ਦੀ ਇਹ ਹਾਲਤ ਕਿਉਂ ਹੋਈ ਹੈ। ਜਦ ਤੱਕ ਉਹ ਉਹਨਾਂ ਦੇ ਕਾਰਨਾਂ ਨੂੰ ਅੰਡਰਸਟੈਂਡ ਨਹੀਂ ਕਰਦੇ, ਉਨੀ ਦੇਰ ਇਹ ਪਾਰਟੀ ਰਿਵਾਈਵ ਨਹੀਂ ਹੋ ਸਕਦੀ। ਔਰ ਡੋਮੀਨੈਂਟ ਵਿਊ ਅੱਜ ਵੀ ਇਹ ਹੈ ਕਿ ਪ੍ਰੈਜ਼ੈਂਟ ਲੀਡਰਸ਼ਿਪ ਦੇ ਹੁੰਦਿਆਂ ਇਹ ਪਾਰਟੀ ਰਿਵਾਈਵ ਨਹੀਂ ਹੋ ਸਕਦੀ। ਸੋ ਇਸ ਕੰਟੈਕਸਟ ਦੇ ਵਿੱਚ ਦੇਖਣਾ ਹੈ ਕਿ ਬੀਜੇਪੀ ਦਾ ਜਿਹੜਾ ਬਿਹੇਵੀਅਰ ਹੈ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ। ਇੱਕ ਗੱਲ ਲਗਾਤਾਰ ਆ ਰਹੀ ਹੈ ਕਿ ਜਦੋਂ ਅਕਾਲੀ ਦਲ ਦੇ ਵਿੱਚ ਰੈਜ਼ਿਸਟੈਂਸ ਸ਼ੁਰੂ ਹੁੰਦੀ ਹੈ, ਡਿਸੀਡੈਂਟਸ ਲਗਾਤਾਰ ਇੱਕ ਐਸਪੈਕਟ ਦੇਖਦੇ ਸੀ ਕਿ ਸਾਨੂੰ ਬੀਜੇਪੀ ਦੀ ਲੀਡਰਸ਼ਿਪ ਦੀ ਕੋਈ ਪੈਟਰਨੇਜ ਮਿਲਦੀ ਹੈ ਜਾਂ ਨਹੀਂ ਮਿਲਦੀ। ਹੁਣ ਵੀ ਇਹ ਜਿਹੜੀ ਲੀਡਰਸ਼ਿਪ ਹੈ, ਇਹਦਾ ਫੈਸਲਾ ਇੱਕ ਲੈਵਲ ਤੇ ਆ ਕੇ ਬੀਜੇਪੀ ਦੇ ਫੈਸਲੇ ਤੇ ਨਿਰਭਰ ਕਰਦਾ ਹੈ, ਔਰ ਉਹ ਫੈਸਲਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਇਲੈਕਸ਼ਨ ਕਰਾਉਣ ਦਾ। ਐਸਜੀਪੀਸੀ ਅਕਾਲੀ ਸਟਰੀਮ ਦੀ ਜਿਹੜੀ ਹੈ, ਜਾਂ ਕਹੋ ਵੀ ਸਿੱਖ ਸਟਰੀਮ ਦੀ ਜਿਹੜੀ ਲੀਡਰਸ਼ਿਪ ਹੈ, ਉਹਦਾ ਫੈਸਲਾ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਇਲੈਕਸ਼ਨ ਕਰੇਗੀ। ਇਲੈਕਸ਼ਨ ਓਵਰਡਿਊ ਹੈ ਕਈ ਸਾਲ ਤੋਂ। ਖਦਸ਼ਾ ਜਿਹੜੀ ਜਾਣਕਾਰੀ ਹੈ ਉਹਦੇ ਹਿਸਾਬ ਖਦਸ਼ਾ ਇਹੀ ਆ ਰਿਹਾ ਸੀਗਾ ਕਿ ਪਿਛਲੇ ਦਿਨਾਂ 'ਚ ਜਿਹੜੀਆਂ ਰੈਡੀਕਲ ਟੈਂਡੈਂਸੀਜ਼ ਇਵਾਲਵ ਹੋ ਰਹੀਆਂ ਸੀ, ਕਿਤੇ ਉਹ ਉਸ ਇਲੈਕਸ਼ਨ ਦੇ ਵਿੱਚ ਡੋਮੀਨੇਟ ਨਾ ਕਰ ਜਾਣ। ਜਦੋਂ ਬਰਗਾੜੀ ਦਾ ਇਸ਼ੂ ਪੱਕਿਆ ਸੀ, ਉਦੋਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਜੇ ਹੁਣ ਇਹ ਇਲੈਕਸ਼ਨ ਕਰਵਾ ਦਿੱਤੀ ਜਾਂਦੀ ਹੈ ਤੇ ਹੋ ਸਕਦਾ ਹੈ ਕਿ ਰੈਡੀਕਲ ਇਹ ਐਸਜੀਪੀਸੀ ਕੈਪਚਰ ਕਰ ਲੈਣ। ਇੱਕ ਗੱਲ ਸਮਝਣ ਵਾਲੀ ਹੈ ਸਿੱਖ ਸਟਰੀਮ ਦੇ ਵਿੱਚ, ਇੱਕ ਪਾਸੇ ਤਾਂ ਇੱਕ ਮੋਡਰੇਟ ਸੈਕਸ਼ਨ ਹੈ, ਇੱਕ ਪਾਸੇ ਰੈਡੀਕਲਸ ਹੈ। ਜਿਹੜਾ ਸਿੱਖ ਸਟਰੀਮ ਹੈ, ਇਹ ਸਿਰਫ 2 ਐਸਪੈਕਟ ਹੀ ਨਹੀਂ ਹੈ, ਇਹਨਾਂ ਦੇ ਵਿਚਾਲੇ ਇੱਕ ਤੀਸਰੀ ਸਟਰੀਮ ਹੈ ਜਿਹਨੂੰ ਤੁਸੀਂ ਹਾਰਡ ਲਾਈਨ ਤਾਂ ਕਹਿ ਸਕਦੇ ਆ, ਰੈਡੀਕਲ ਨਹੀਂ ਕਹਿ ਸਕਦੇ। ਜਾਂ ਜਿਹੜੀ ਸਿੱਖੀ ਦੇ ਨਾਲ ਪੰਥ ਨਾਲ ਬੱਝੀ ਸਟਰੀਮ ਹੈ, ਉਹ ਰੈਡੀਕਲ ਨਹੀਂ ਹੈ, ਪੰਥ ਨਾਲ ਬੱਝੀ ਹੋਈ ਹੈ ਜੀ। ਅਸਲੀ ਫੈਸਲਾ ਉਸ ਸਟਰੀਮ ਨੇ ਕਰਨਾ ਹੈ, ਉਸ ਲੀਡਰਸ਼ਿਪ ਦਾ। ਤੇ ਉਹ ਜਿਹੜੀ ਸਟਰੀਮ ਹੈ ਉਹ ਸਿੱਖ ਵੈਲਿਊਜ਼ ਨੂੰ ਅਕਸਰ ਸਾਹਮਣੇ ਰੱਖਦੀ ਹੈ, ਤੇ ਉਹ ਸਟਰੀਮ ਹੀ ਕਿਸੇ ਵੇਲੇ ਅਕਾਲੀ ਦਲ ਦਾ ਪਰਮਾਨੈਂਟ ਸਪੋਰਟ ਬੇਸ ਸੀ। ਉਹੀ ਲੋਕ ਮੋਰਚਿਆਂ 'ਚ ਜਾਂਦੇ ਸੀ, ਉਹੀ ਐਜੂਟੇਸ਼ਨ ਲੜਦੇ ਸੀ, ਉਹੀ ਫੈਮਿਲੀ ਦਰ ਫੈਮਿਲੀ ਅਕਾਲੀ ਦਲ ਨੂੰ ਸਪੋਰਟ ਕਰਦੀਆਂ ਸੀ। ਉਹ ਲਿੰਕ ਖਤਮ ਹੋਇਆ ਹੈਗਾ ਪਾਰਟੀ ਦਾ। ਸੋ ਜਦ ਤੱਕ ਉਹ ਲਿੰਕ ਰੀਐਸਟੈਬਲਿਸ਼ ਨਹੀਂ ਹੁੰਦਾ, ਪਾਰਟੀ ਦੀ ਪਾਲਿਸੀ ਚੇਂਜ ਕਰਕੇ, ਸਾਰਾ ਐਟੀਟਿਊਡ ਚੇਂਜ ਕਰਕੇ, ਉਦੋਂ ਤੱਕ ਇਹ ਲੀਡਰਸ਼ਿਪ ਜਾਂ ਇਹ ਪਾਰਟੀ, ਮੈਂ ਲੀਡਰਸ਼ਿਪ ਨਹੀਂ ਕਹੂੰਗਾ, ਇਹ ਪਾਰਟੀ ਰਿਵਾਈਵ ਨਹੀਂ ਹੋ ਸਕਦੀ। ਸੋ ਉਹਦਾ ਫੈਸਲਾ ਰਿਵਾਈਵਲ ਦਾ ਅਲਟੀਮੇਟਲੀ ਜੇ ਦਿੱਲੀ ਵਾਲੇ ਚਾਹੁਣ ਕਿ ਅਸੀਂ ਕਰਨਾ ਹੈ, ਤੇ ਫਿਰ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਇਲੈਕਸ਼ਨ ਕਰਾ ਦੇਣੀ ਚਾਹੀਦੀ ਹੈ। ਅਦਰਵਾਈਜ਼ ਬੀਜੇਪੀ ਨੇ ਜਿਸ ਢੰਗ ਨਾਲ ਇਕੱਲੇ ਇਲੈਕਸ਼ਨ ਲੜੀ ਹੈ, ਉਹਨਾਂ ਨੇ ਹੁਣ ਤੱਕ ਕੀਤਾ ਹੈ ਗੇਨ। ਲਾਸਟ ਤਾਂ ਅਕਾਲੀ ਦਲ ਦਾ ਹੈਗਾ। ਸੋ ਜਿਹੜੀ ਬਾਰਗੇਨਿੰਗ ਪੋਜੀਸ਼ਨ ਹੈ,
ਉਹ ਵੀ ਅਕਾਲੀ ਦਲ ਦੇ ਹੱਕ ਦੇ ਵਿੱਚ ਨਹੀਂ ਹੈ। ਜਦੋਂ 1996 ਸੀ, ਜਦੋਂ ਬਾਦਲ ਸਾਹਿਬ ਨੇ ਅਨਕੰਡੀਸ਼ਨਲੀ ਸਪੋਰਟ ਦੇਤੀ ਸੀ ਅਟਲ ਬਿਹਾਰੀ ਵਾਜਪੇਈ ਨੂੰ, ਬੀਜੇਪੀ ਨੂੰ, ਔਰ ਸਿਚੁਏਸ਼ਨ ਹੋਰ ਸੀਗੀ। ਉਹ ਤਾਂ ਕਿਸੇ ਨੇ ਸੋਚਿਆ ਹੀ ਨਹੀਂ ਵੀ ਅਸੀਂ ਅਲਾਇੰਸ ਤਾਂ ਕੀਤੀ ਹੈ ਬੀਐਸਪੀ ਨਾਲ, ਤੇ ਅਗਲੇ ਮਿੰਟ ਹੀ ਚਲੇ ਗਏ ਛਾਲ ਮਾਰ ਕੇ ਬੀਜੇਪੀ ਵੱਲ। ਹੁਣ ਉਹਦੇ ਚ ਫਿਰ ਹੁਣ ਜਿਹੜੀ ਹੁਣ ਅਲਾਇੰਸ ਹੋਈ ਹੈ, ਇਹਦੇ ਚ ਉਹ ਇਸ਼ੂ ਸਾਹਮਣੇ ਆ ਗਿਆ ਸੀ ਕਿ ਅਕਾਲੀ ਦਲ ਨੇ ਤਾਂ ਬੀਐਸਪੀ ਨੂੰ ਫਿਰ ਛੱਡ ਦੇਣਾ। ਜਿਹੜੀ ਕ੍ਰੈਡੀਬਿਲਿਟੀ ਗੈਪ ਹੈ ਇਸ ਅਲਾਇੰਸ ਪ੍ਰੈਜ਼ੈਂਟਲੀ ਹੈਗਾ। ਅੱਗੇ ਕੀ ਵਾਪਰਦਾ ਹੈ ਉਹ ਡਿਪੈਂਡ ਕਰਦਾ ਹੈ ਕਿ ਹੁਣ ਅਕਾਲੀ ਦਲ ਆਪਣੀ ਕਿੰਨੀ ਪੋਜੀਸ਼ਨ ਗੇਨ ਕਰਦਾ ਹੈ, ਆਪਣੇ ਆਪ ਨੂੰ ਰਿਵਾਈਵ ਕਰਦਾ ਹੈ ਤੇ ਆਪਣਾ ਏਜੰਡਾ ਚੇਂਜ ਕਰਦਾ ਹੈ, ਜਾਂ ਕੀ ਅਕਾਲੀ ਦਲ ਫਰਦਰ ਡਿਸਇੰਟੈਗਰੇਟ ਹੋਏਗਾ। ਇਹਦੀ ਵੀ ਜਿਹੜੀ ਪੋਸੀਬਿਲਿਟੀ ਹੈ ਰੂਲ ਆਊਟ ਨਹੀਂ ਕੀਤੀ ਜਾ ਸਕਦੀ, ਕਿਉਂਕਿ ਜੇ ਇਸ ਲੀਡਰਸ਼ਿਪ ਥੱਲੇ ਪਾਰਟੀ ਨੇ ਰਿਵਾਈਵ ਨਹੀਂ ਕਰਨਾ, ਜਿਸ ਤਰ੍ਹਾਂ ਕਿ ਆਲਮੋਸਟ ਸਾਰੇ ਹੀ ਲੀਡਰ ਫੀਲ ਕਰ ਰਹੇ ਹੈ, ਤੇ ਫਿਰ ਕੋਈ ਵੇ ਆਊਟ ਤਾਂ ਇਹਨਾਂ ਨੂੰ ਸਾਰਿਆਂ ਨੂੰ ਦੇਖਣਾ ਪਏਗਾ। ਪ੍ਰੋਫੈਸਰ ਖਾਲਦ, ਜਿਹੜਾ ਇੱਕ ਗੱਲ ਆਪਾਂ ਨਾਰਮਲੀ ਕਰਦੇ ਹਾਂ ਕਿ ਇੱਕ ਰੀਜਨਲ ਐਸਪੀਰੇਸ਼ਨ ਜੋ ਹੁੰਦੀਆਂ ਨੇ ਬਹੁਤ ਥਾਵਾਂ ਤੇ ਨੇ, ਈਵਨ ਡਿਫਰੈਂਟ ਹੋਰ ਸਟੇਟਾਂ 'ਚ ਵੀ ਨੇ, ਕੱਲੀਆਂ ਇੱਥੇ ਨਹੀਂ, ਇੱਥੇ ਤਾਂ ਬਹੁਤ ਮਜ਼ਬੂਤ ਰਹੀਆਂ ਨੇ। ਔਰ ਰੀਜਨਲ ਪਾਰਟੀ ਦਾ ਵਜੂਦ ਉਹਦੇ ਨਾਲ ਹੀ ਜੁੜਿਆ ਰਿਹਾ ਹਮੇਸ਼ਾ ਹੀ, ਕਿਉਂਕਿ ਉਹ ਨੈਸ਼ਨਲ ਪਾਰਟੀਆਂ ਉਹ ਐਸਪੀਰੇਸ਼ਨ ਜਿਹਨੂੰ ਨਹੀਂ ਸੀ ਫੋਲੋ ਕਰ ਸਕਦੀਆਂ ਉਸ ਰੂਪ 'ਚ, ਜਾਂ ਅਸਰਟ ਉਸ ਤਰੀਕੇ ਨਾਲ ਨਹੀਂ ਸੀ ਕਰ ਸਕਦੀਆਂ ਜਿਵੇਂ ਰੀਜਨਲ ਕਰਦੀਆਂ ਸੀ। ਤੇ ਜੇ ਰੀਜਨਲ ਪਾਰਟੀਆਂ ਵੀ ਉਸੇ ਨੈਸ਼ਨਲਿਜ਼ਮ 'ਚ ਉਸੇ ਤਰੀਕੇ ਨਾਲ ਪੈਰ ਧਰਨ ਲੱਗ ਜਾਣ, ਆਪਣਾ ਏਜੰਡਾ, ਆਪਣੇ ਤੌਰ ਤਰੀਕੇ, ਆਪਣਾ ਉਹ ਅਸਰਸ਼ਨ ਜਿਹੜਾ ਹੁੰਦਾ ਉਹ ਤੇ ਦਬਾਅ ਉਹ ਬੰਦ ਕਰ ਜਾਣ ਕਿਸੇ ਵੀ ਰੂਪ ਦੇ ਵਿੱਚ, ਫਿਰ ਤਾਂ ਇੱਕ ਨੈਰੇਟਿਵ ਹੀ ਰਹਿ ਜਾਂਦਾ ਨਾ। ਨੈਰੇਟਿਵ ਦੇ ਤੌਰ ਤੇ ਲੱਗਦਾ ਕਿ ਅਕਾਲੀ ਦਲ ਅੱਜ ਵੀ ਲੱਗਦਾ ਪੰਜਾਬ 'ਚ ਕਿ ਕੇਡਰ ਉਹਦੇ ਕੋਲ ਲਗਭਗ ਅੱਜ ਵੀ ਬਾਕੀ ਕਿਸੇ ਨਾਲੋਂ ਜ਼ਿਆਦਾ ਹੈ, ਪਰ ਉਹ ਜਿਹੜਾ ਉਹ ਡਿਮੋਰਲਾਈਜ਼ ਲੱਗਦਾ, ਮਤਲਬ ਉਹ ਇਸ ਉਤਸ਼ਾਹ 'ਚ ਨਹੀਂ ਲੱਗਦਾ ਕਿ ਉਹ ਹੁਣ ਮੋਰਚਾ ਲਾਵੇ, ਉਹ ਸੜਕ ਦੀ ਰਾਜਨੀਤੀ ਕਰੇ, ਆਪਣੇ ਕਿਸੇ ਏਜੰਡੇ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਵੇ, ਜਾਂ ਜਿਹੜੀਆਂ ਗਲਤੀਆਂ ਪੁਰਾਣੀਆਂ ਹੋ ਗਈਆਂ ਉਹਨੂੰ ਸੁਧਾਰਨ ਦੀ ਇਖਲਾਕੀ ਹਿੰਮਤ ਰੱਖੇ, ਇਖਲਾਕੀ ਹਿੰਮਤ ਰੱਖ ਕੇ ਉਦੋਂ ਬਾਅਦ ਅੱਗੇ ਤੁਰੇ। ਤਾਂ ਕੀ ਇਹ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ, ਬੀਜੇਪੀ ਦਾ ਇੱਕ ਨੈਰੇਟਿਵ ਇਹ ਬਣ ਗਿਆ ਕਿ ਆਏ ਚੋਣ ਤੋਂ ਬਾਅਦ ਵੀ, ਕਿ ਬੀਜੇਪੀ ਨੇ ਜੀ ਪਹਿਲਾਂ ਨਾਲੋਂ ਜ਼ਿਆਦਾ ਗੇਨ ਕਰ ਲਿਆ। ਹਾਲਾਂਕਿ ਜੇ ਦੇਖੀਏ ਤੇ ਜਲੰਧਰ ਦੇ ਵਿੱਚ ਵੀ ਉਹ ਚਾਰੇ ਤਿੰਨੇ ਸੀਟਾਂ ਤਾਂ ਖਾਸ ਤੌਰ ਤੇ ਬੀਜੇਪੀ ਦੇ ਹਿੱਸੇ ਜਾਂਦੀਆਂ ਰਹੀਆਂ ਅਕਾਲੀ ਦਲ ਵੇਲੇ ਵੀ, ਔਰ ਇੰਨੀਆਂ ਕੁ ਵੋਟਾਂ ਉਹਨੂੰ ਪਹਿਲਾਂ ਵੀ ਪੈਂਦੀਆਂ ਸੀ। ਪੇਂਡੂ ਖੇਤਰ 'ਚ ਨਹੀਂ, ਜਿਹੜੀਆਂ ਪੇਂਡੂ 'ਚ ਪਈਆਂ ਨੇ 5000 7000 ਵੋਟ, ਉਹਦੇ ਸਿਲੈਕਸ਼ਨ ਆਫ ਕੈਂਡੀਡੇਟ ਤੇ ਪ੍ਰਵਾਸੀ ਮਜ਼ਦੂਰ, ਇਹ ਦੋ ਬਹੁਤ ਬੜਾ ਕੰਬੀਨੇਸ਼ਨ ਹੈ। ਕੈਂਡੀਡੇਟ ਜੀ ਉਹਨਾਂ ਨੇ ਮਜ਼੍ਹਬੀ ਦਿੱਤਾ ਤੇ ਮਜ਼੍ਹਬੀ ਦੀ ਵੋਟਾਂ, ਜਿਵੇਂ ਸਰਦਾਰ ਜਗਤਾਰ ਸਿੰਘ ਉਹਨਾਂ ਨੇ ਕਿਹਾ ਕਿ ਉਹ ਮੋਨੋਲਿਥ ਨਹੀਂ ਹੈ ਜਿਹੜਾ ਦਲਿਤ ਵੋਟ ਹੈ, ਉਹ ਬਲਕਿ ਵੰਡੇ ਹੈ, ਉਹਦੇ 'ਚ ਵੀ ਦਰਜਾਬੰਦੀ ਹੈ ਆਪਸ ਦੇ ਵਿੱਚ ਕਿੰਨੀ ਉਹ ਜ਼ਿਆਦਾ। ਔਰ ਉਹ ਹੰਸਰਾਜ ਜਦੋਂ ਖੜੇ ਸੀ ਅਕਾਲੀ ਦਲ ਵੱਲੋਂ, ਹੰਸਰਾਜ ਹੰਸ ਉਦੋਂ ਵੀ ਦਿਖਾਈ ਦਿੱਤਾ, ਔਰ ਵੱਖ-ਵੱਖ ਥਾਵਾਂ ਤੇ ਦਿਖਾਈ ਦਿੰਦਾ ਕਿਤੇ ਨਾ ਕਿਤੇ। ਮਤਲਬ ਇਹ ਜ਼ਰੂਰੀ ਤਾਂ ਨਹੀਂ ਹੈ ਕਿ ਪਰਮਾਨੈਂਟ ਫੀਚਰ ਬਣ ਜਾਂਦਾ, ਕਈ ਵਾਰ ਸਪੌਂਟੇਨੀਅਸ ਚੀਜ਼ਾਂ ਵੀ ਇਹੋ ਜਿਹਾ ਕੰਮ ਦੇ ਦਿੰਦੀਆਂ। ਕੀ ਇਹ ਅੰਦਾਜ਼ਾ ਲਾ ਲਿਆ ਜਾਣਾ ਚਾਹੀਦਾ ਕਿ ਉਹ ਅਪ ਹੈ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਸਰਵਾਈਵਲ ਜਿਹੜਾ ਤੁਸੀਂ ਫਿਰ ਕਿਵੇਂ ਦੇਖਦੇ ਹੋ, ਐਵੇਂ ਹੀ ਹੋ ਜਾਏਗਾ, ਜਾਂ ਉਹ ਫਿਰ ਅੱਧੇ ਤੇ ਹੀ ਕੰਮ ਕਰਨਾ ਸ਼ੁਰੂ ਕਰ ਦੇਗਾ, ਛੋਟੇ ਪਾਰਟਨਰ ਦੇ ਤੌਰ ਤੇ ਪੰਜਾਬੀ ਜਾਂ ਸਿੱਖ ਕਮਿਊਨਿਟੀ ਮਨਜ਼ੂਰ ਕਰੇਗੀ ਐਜ ਏ ਅਕਾਲੀ ਦਲ ਸਮਾਲ ਪਾਰਟਨਰ ਜੇ ਕਦੇ ਹੁੰਦਾ ਹੈ? ਸਭ ਦੇਖੋ ਇਦਾਂ ਹਰਮੀਤ ਸਿੰਘ ਜੀ, ਸਭ ਤੋਂ ਪਹਿਲੀ ਤਾਂ ਚੀਜ਼ ਇਹ ਹੈਗੀ ਹੈ ਕਿ ਬੀਜੇਪੀ ਨੇ ਇੰਡੀਪੈਂਡੈਂਟਲੀ ਜਿਹੜਾ ਇਲੈਕਸ਼ਨ ਲੜਿਆ ਹੈ ਉਹਦੇ ਵਿੱਚ ਉਹਨਾਂ ਦਾ ਵੋਟ ਸ਼ੇਅਰ 3% ਇਨਕਰੀਜ਼ ਹੋਇਆ ਤਕਰੀਬਨ। ਓਵਰਆਲ ਪੰਜਾਬ ਦੀ ਜਿਹੜੀ ਵੋਟਿੰਗ ਪੈਟਰਨ ਹੈ ਉਹਦੇ ਵਿੱਚ ਬੀਜੇਪੀ ਦਾ ਵੋਟ ਔਨ ਇਟਸ ਓਨ 8 ਤੋਂ 10% ਤੇ ਜ਼ਿਆਦਾ ਨਹੀਂ ਹੈ ਕਿਸੇ ਵੀ ਇਲੈਕਸ਼ਨ ਦੇ ਵਿੱਚ, ਲਗਾ ਲਓ ਸ਼ੁਰੂ ਤੋਂ ਹੀ। ਤਾਂ ਇਸ ਸਿਚੁਏਸ਼ਨ 'ਚ ਅਗਰ ਆਪਾਂ ਦੇਖੀਏ, ਇਨ ਸਪਾਈਟ ਆਫ ਦ ਫੈਕਟ ਕਿ ਬੀਜੇਪੀ ਨੇ ਆਪਣੇ ਸਾਰੇ ਸਿੱਖ ਚਿਹਰੇ ਲਿਆ ਕੇ ਜਿਹੜੇ ਸੀਗੇ ਇਸ ਇਲੈਕਸ਼ਨ ਦੇ ਵਿੱਚ ਝੋਂਕੇ ਤੇ ਉਹਨਾਂ ਦਾ ਪੂਰਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਬੀਜੇਪੀ ਦਾ ਜਿਹੜਾ ਗ੍ਰਾਫ ਬਹੁਤ ਜ਼ਿਆਦਾ ਨਹੀਂ ਵਧਿਆ, ਲੇਕਿਨ ਜਿੰਨਾ ਵਧਿਆ ਉਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਬੀਜੇਪੀ ਇਸੇ ਕਰਕੇ ਮੈਂ ਕਹਿ ਰਿਹਾ ਕਿ ਆਪਣੇ ਆਪ ਇਹ ਪੰਜਾਬ ਦੇ ਵਿੱਚ ਔਨ ਇਟਸ ਓਨ ਬਿਲਡ ਕਰਨਾ ਚਾਹੁੰਦੀ ਹੈ, ਜਿਵੇਂ ਕਿ ਇਹਨੇ ਮਹਾਰਾਸ਼ਟਰ 'ਚ ਕੀਤਾ, ਜਿਵੇਂ ਕਿ ਇਹਨੇ ਦੂਜੇ ਸਟੇਟਸ ਦੇ ਵਿੱਚ ਕੀਤਾ। ਚਾਹੇ ਉਹ ਬਿਹਾਰ ਦੀ ਐਗਜ਼ਾਮਪਲ ਲੈ ਲਓ, ਜਿਹੜੀ ਵੀ ਨੈਸ਼ਨਲ ਪਾਰਟੀ ਹੈ, ਨੈਸ਼ਨਲ ਪਾਰਟੀ ਦੇ ਇੱਕ ਇਨਗਰੀਡੀਐਂਟ ਇਹ ਹੈਗਾ ਕਿ ਉਹ ਅਲਾਈਅੰਸ ਤਾਂ ਕਰਦੀ ਹੈ, ਲੇਕਿਨ ਰੀਜਨਲ ਪਾਰਟੀ ਨੂੰ ਉਹਦੇ ਏਜੰਡੇ ਤੋਂ ਵੀ ਪਰੇ ਕਰਦੀ ਹੈ, ਔਰ ਉਹਨੂੰ ਡੋਮੀਨੇਟ ਵੀ ਕਰਦੀ ਹੈ, ਔਰ ਅਲਟੀਮੇਟਲੀ ਉਹਨੂੰ ਖਾ ਜਾਂਦੀ ਹੈ।
ਇਹ ਚੀਜ਼ ਆਪਾਂ ਬਹੁਤ ਜਗ੍ਹਾ ਦੇਖ ਚੁੱਕੇ ਹਾਂ। ਅਕਾਲੀ ਦਲ ਦੇ ਨਾਲ ਵੀ ਇਹੀ ਹੋਇਆ। ਅਕਾਲੀ ਦਲ ਨੇ ਆਪਣੇ ਆਪ ਨੂੰ ਆਲਮੋਸਟ ਮਰਜ ਕਰਤਾ ਬੀਜੇਪੀ ਦੇ ਵਿੱਚ, ਕਿਉਂਕਿ ਨਰਿੰਦਰ ਮੋਦੀ 2014 ਦੇ ਇਲੈਕਸ਼ਨ ਤੇ ਬਾਅਦ ਜਿਸ ਤਰ੍ਹਾਂ ਇੱਕ ਸਭ ਤੋਂ ਵੱਡਾ ਚਿਹਰਾ ਬਣ ਕੇ ਉੱਭਰੇ, ਇਹਨਾਂ ਨੇ ਸੋਚਿਆ ਕਿ ਅਸੀਂ ਬਜਾਏ ਇਸ ਦੇ ਕਿ ਰੀਜਨਲਿਜ਼ਮ ਦਾ ਮੁੱਦਾ ਤੇ ਖੇਤਰੀ ਆਟੋਨੋਮੀ ਦਾ ਮੁੱਦੇ ਨੂੰ ਕਰੀਏ, ਆਪਾਂ ਤਾਂ ਇਹ ਦੇਖੀਏ ਵੀ ਕੁਰਸੀਆਂ ਕਿੱਥੇ ਮਿਲ ਸਕਦੀਆਂ ਔਰ ਜਿਹੜੀ ਪਾਵਰ ਦੇ ਵਿੱਚ ਸ਼ੇਅਰਿੰਗ ਦਾ ਐਸਪੀਰੇਸ਼ਨ ਸੀ ਉਹਨੂੰ ਅੱਗੇ ਲਿਆਉਂਦੇ ਹੋਏ ਲੋਕਾਂ ਤੋਂ ਟੁੱਟਦੇ ਚਲੇ ਗਏ। ਔਰ ਉਸ ਤੋਂ ਬਾਅਦ ਆਪਾਂ ਇਹ ਦੇਖਦੇ ਹਾਂ ਕਿ ਆਪਣਾ ਹੀ ਮੁੱਦੇ ਛੱਡ ਦਿੱਤੇ। ਜਿਹੜੀ ਜਿੰਨੀਆਂ ਵੀ ਰੀਜਨਲ ਪੋਲੀਟੀਕਲ ਪਾਰਟੀਜ਼ ਹੈ, ਚਾਹੇ ਉਹ ਮਮਤਾ ਬੈਨਰਜੀ ਹੈ, ਚਾਹੇ ਤਾਮਿਲਨਾਡੂ ਹੈ, ਚਾਹੇ ਉਹ ਆਪਣੇ ਕੇਰਲਾ ਹੈਗਾ, ਜਿੱਥੇ ਜਿੱਥੇ ਵੀ ਰੀਜਨਲ ਪੋਲੀਟੀਕਲ ਪਾਰਟੀਜ਼ ਹੈ, ਅਗਰ ਉਹ ਆਪਣੇ ਏਜੰਡੇ ਤੇ ਅੜੀਆਂ ਰਹੀਆਂ ਔਰ ਆਪਣਾ ਇੰਡੀਪੈਂਡੈਂਟ ਅਸਤਿਤਵ ਉਹਨਾਂ ਨੇ ਕਾਇਮ ਰੱਖਿਆ ਤਾਂ ਉਹ ਕਾਮਯਾਬ ਰਹੀਆਂ। ਜਿੱਥੇ ਤੁਸੀਂ ਨੈਸ਼ਨਲ ਪਾਰਟੀ ਨੂੰ ਕਹੋ ਕਿ ਨੈਸ਼ਨਲ ਪਾਰਟੀ ਪਹਿਲਾਂ ਛੋਟੀ ਬਣ ਕੇ ਆਉਂਦੀ ਹੈ, ਉਸ ਤੋਂ ਬਾਅਦ ਵੱਡੀ ਬਣ ਜਾਂਦੀ ਹੈ। ਮੈਂ ਕਹਿ ਰਿਹਾ ਸੀਗਾ ਕਿ ਦੋ ਚੀਜ਼ਾਂ ਇੰਪੋਰਟੈਂਟ ਹੈ। ਪਹਿਲੀ ਚੀਜ਼, ਜਿਹੜੀ ਟਰਸਟ ਡੈਫਿਸਿਟ ਅਕਾਲੀ ਦਲ ਤੇ ਉਹਦਾ ਜਿਹੜਾ ਕੋਰ ਵੋਟ ਬੈਂਕ ਹੈ, ਰੂਰਲ ਪੈਜੈਂਟਰੀ, ਉਹ ਜਦ ਤੱਕ ਖਤਮ ਨਹੀਂ ਹੁੰਦਾ, ਜਿਹਦੀ ਸੰਕੇਤ ਐਤਕੀ ਜਲੰਧਰ ਦੇ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਦਿੱਤੀ ਵੀ ਹੈ ਕਿ ਭੁੱਲ ਬਖਸ਼ੋ, ਸਾਨੂੰ ਮਾਫ ਕਰੋ, ਜੋ ਵੀ ਸੁਖਵੀਰ ਬਾਦਲ ਨੇ ਕਿਹਾ। ਦੂਸਰੀ ਚੀਜ਼ ਇਹ ਹੈਗੀ ਹੈ, ਮੈਂ ਹੋਰ ਵੀ ਕਈ ਬਾਰੇ ਗੱਲ ਕੀਤੀ ਹੈ, ਬੈਕ ਟੂ ਦਾ ਬੇਸਿਕਸ। ਅਕਾਲੀ ਦਲ ਵਾਸਤੇ, ਅਕਾਲੀ ਦਲ ਕਦੇ ਵੀ ਉਹ ਪਾਰਟੀ ਨਹੀਂ ਸੀਗੀ ਜਿਹਨੇ ਰਾਜ ਦੇ ਵਿੱਚ ਆਉਣਾ ਹੈ। ਇਹ ਪਾਰਟੀ ਸੀ ਮੋਰਚਿਆਂ ਦੀ ਪਾਰਟੀ, ਇਹ ਪਾਰਟੀ ਸੀ ਰੀਜਨਲ ਐਸਪੀਰੇਸ਼ਨ ਦੀ ਪਾਰਟੀ, ਇਹ ਪਾਰਟੀ ਸੀ ਰੀਜਨਲ ਆਟੋਨੋਮੀ ਦੀ ਪਾਰਟੀ। ਉਹ ਪੈ ਗਏ ਕਿਸ ਚੱਕਰ ਦੇ ਵਿੱਚ? ਆਫ ਕੋਰਸ ਹਰ ਪੋਲੀਟੀਕਲ ਪਾਰਟੀ ਚਾਹੁੰਦੀ ਹੈ ਕਿ ਸੱਤਾ ਸਾਡੇ ਕੋਲ ਆਵੇ, ਲੇਕਿਨ ਸੱਤਾ ਜਦ ਇੱਕ ਡੋਮੀਨੈਂਟ ਮਕਸਦ ਬਣ ਜਾਂਦਾ ਹੈ ਔਰ ਤੁਸੀਂ ਆਪਣਾ ਜਿਹੜਾ ਬੇਸ ਹੈ ਉਹ ਤੋਂ ਹਿੱਲ ਜਾਂਦੇ ਆ, ਉਹਦੇ ਨਾਲ ਕੀ ਹੈ, ਤੁਹਾਡਾ ਜਿਨ੍ਹਾਂ ਨੇ ਔਖੀ ਘੜੀ ਦੇ ਵਿੱਚ ਵੀ ਤੁਹਾਨੂੰ ਵੋਟ ਪਾਉਣਾ ਉਹ ਹਿੱਲ ਜਾਂਦਾ, ਔਰ ਉਹ ਹਿੱਲਿਆ ਵੀ ਹੈ। ਜਿਹਦੀ ਵਜ੍ਹਾ ਕਰਕੇ ਅਕਾਲੀ ਦਲ ਜਦ ਤੱਕ ਆਪਣੇ ਬੇਸਿਕ ਏਜੰਡੇ ਦੇ ਉੱਪਰ ਨਹੀਂ ਆਉਂਦਾ ਔਰ ਲੋਕਾਂ ਦੇ ਵਿੱਚ ਜਿਹੜਾ ਗੈਪ ਆ ਗਿਆ ਉਸ ਗੈਪ ਨੂੰ ਪੂਰਾ ਨਹੀਂ ਕਰਦਾ, ਉਹ ਤੁਸੀਂ ਬਾਦਲ ਪਰਿਵਾਰ ਨੂੰ ਰੱਖ ਕੇ ਕਰਨਾ ਹੈ ਜਾਂ ਉਸ ਤੇ ਬਿਨਾਂ ਕਰਨਾ ਹੈ, ਇਹ ਉਹਨਾਂ ਦੀ ਜਿਹੜੀ ਪੋਲੀਟੀਕਲ ਅਫੇਅਰਸ ਕਮੇਟੀ ਜਾਂ ਕੋਰ ਕਮੇਟੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਫੈਸਲੇ ਕਰਨੇ ਆ। ਲੇਕਿਨ ਅਕਾਲੀ ਦਲ ਕੋਲ ਟਾਈਮ ਬਹੁਤ ਘੱਟ ਹੈ। 2024 ਦਾ ਇਲੈਕਸ਼ਨ ਕੋਈ ਬਹੁਤ ਜ਼ਿਆਦਾ ਦੂਰ ਨਹੀਂ ਹੈ। ਇਸ ਛੋਟੇ ਸਮੇਂ ਦੇ ਵਿੱਚ ਅਕਾਲੀ ਦਲ ਇਹ ਸਾਰਾ ਕੁਝ ਅਗਰ ਕਰ ਸਕਿਆ ਤਾਂ 2024 ਦੇ ਵਿੱਚ ਰੈਲੇਵੈਂਟ ਹੋ ਸਕਦਾ ਹੈ। ਅਦਰਵਾਈਜ਼ ਅਕਾਲੀ ਦਲ ਡਿਫੀਟ ਦਰ ਡਿਫੀਟ ਉਹਨੂੰ ਹੁੰਦੀ ਰਹੇਗੀ, ਜਿਹੜੇ ਕਿ ਆਪਾਂ ਪਿਛਲੇ ਕਈ ਇਲੈਕਸ਼ਨਾਂ ਦੇ ਉੱਪਰ ਦੇਖ ਰਹੇ ਹਾਂ। ਜਿੱਦਾਂ ਜਗਤਾਰ ਸਿੰਘ ਜੀ, ਇੱਕ ਹੋਰ ਕੰਪੋਨੈਂਟ ਜਿਹੜਾ ਹੁਣੇ ਮਤਲਬ ਉਹ ਚਾਹੁੰਦੇ ਨੇ, ਗਵਰਨਮੈਂਟ ਚਾਹੁੰਦੀ ਹੈ ਵੀ ਆਪਾਂ, ਹਾਲਾਂਕਿ ਉਹ ਲੀਗਲ ਪਾਬੰਦੀ ਵੀ ਹੈ, ਇੱਕ 6 ਮਹੀਨੇ ਤੋਂ ਜ਼ਿਆਦਾ ਲਟਕਾਈਆਂ ਨਹੀਂ ਜਾ ਸਕਦੀਆਂ ਚੋਣਾਂ ਸ਼ਹਿਰੀ, ਔਰ ਸ਼ਹਿਰ ਦੇ ਵਿੱਚ ਅਕਾਲੀ ਦਲ ਦਾ ਬਹੁਤ ਜ਼ਿਆਦਾ ਮੇਰੇ ਖਿਆਲ ਹੈ ਮਿਊਨਿਸਪਲ ਕਾਰਪੋਰੇਸ਼ਨਾਂ 'ਚ, ਮਿਊਨਿਸਪਲ ਕਮੇਟੀਆਂ 'ਚ ਨਾਰਮਲੀ ਘੱਟ ਮੰਨਿਆ ਜਾਂਦਾ ਹੈ। ਉਹ ਕਾਂਗਰਸ ਬੀਜੇਪੀ ਦੇ ਦਰਮਿਆਨ ਹੀ ਇੱਕ ਲੈਵਲ ਦੀ ਗੱਲ ਜ਼ਿਆਦਾ, ਤੇ ਆਮ ਆਦਮੀ ਪਾਰਟੀ ਜਿਹੜੇ ਟਕਰਾ ਹੀ ਰਹੀ ਹੈ। ਇਲੈਕਸ਼ਨ ਕਿਹੋ ਜਿਹੀ ਵੀ ਹੋਵੇ, ਉਹਦੇ 'ਚ ਜਿਹੜਾ ਜਿੱਤ ਜਾਂਦਾ ਤਾਂ ਉਹ ਫਿਰ ਇੱਕ ਨੈਰੇਟਿਵ ਸਿਰਜਣ ਦੀ ਟਰਾਈ ਕਰਦਾ, ਲੋਕ ਮੇਰੇ ਨਾਲ ਨੇ, ਚਾਹੇ ਉਹ ਸਾਰੀਆਂ ਗੱਲਾਂ ਨੇ, ਈਵਨ ਕਤਲ ਦੇ ਮੁਕੱਦਮੇ ਵੀ ਹੋਣ ਤਾਂ ਵੀ ਕਹਿੰਦਾ ਵੀ ਦੇਖੋ ਜੀ ਲੋਕਾਂ ਨੇ ਮਾਫ ਕਰਤਾ, ਲੋਕ ਮੇਰੇ ਨਾਲ ਨੇ। ਸਾਡੇ ਇੱਕ ਰਿਵਾਜ ਜਿਹਾ ਹੀ ਹੋ ਗਿਆ। ਹਾਲਾਂਕਿ ਇਲੈਕਸ਼ਨ ਕਈ ਵਾਰ ਹੋਰ ਗੱਲਾਂ ਤੇ ਹੁੰਦੀ ਹੈ, ਬਾਕੀ ਔਰ ਸਾਡੇ ਤਾਂ ਲੋਕਲ ਬਾਡੀ ਦੇ ਇਲੈਕਸ਼ਨ, ਚਾਹੇ ਪੰਚਾਇਤ ਤਾਂ ਫਿਰ ਵੀ ਅਸਰਟ ਕਰਦੇ ਨੇ ਲੋਕ। ਪਹਿਲੀਆਂ ਕਈ ਸਰਕਾਰਾਂ 'ਚ ਆਪਾਂ ਦੇਖਿਆ ਕਿ ਜਿਹੜੀਆਂ ਸ਼ਹਿਰੀ ਵੋਟਾਂ ਹੁੰਦੀਆਂ ਨੇ, ਇਹ ਨਾਰਮਲੀ ਸੱਤਾਧਾਰੀ ਧਿਰ ਦੇ ਹੀ, ਕਈਆਂ ਦੇ ਕਾਗਜ਼ੀ ਰੱਦ ਹੋ ਜਾਂਦੇ ਨੇ, ਕਈ ਖੜੇ ਹੀ ਨਹੀਂ ਹੁੰਦੇ, ਕਈ ਕੰਪੇਨ ਹੀ ਨਹੀਂ ਕਰਦੇ, ਨਾ ਪਾਰਟੀਆਂ ਉਸਦੀ ਸਿੱਧਤ ਨਾਲ ਇਹਨੂੰ ਲੜਦੀਆਂ ਨੇ ਗ੍ਰਾਸ ਰੂਟ ਲੈਵਲ ਤੇ। ਪਹਿਲਾਂ ਪੰਜਾਬ 'ਚ ਇਹ ਕਲਚਰ ਨਹੀਂ ਹੈ। ਕੀ ਇਹ ਜਲੰਧਰ ਦੀ ਚੋਣ ਦੇ ਨਤੀਜੇ ਪਾਰਟੀਆਂ ਨੂੰ ਉਧਰ ਮੋੜਾ ਦੇਗੀ ਕਿ ਉਹ ਵੀ ਸਿੱਧਤ ਨਾਲ ਲੜਨ, ਜਾਂ ਉਵੇਂ ਹੀ ਚੱਲੇਗਾ ਜਿਹੋ ਜਿਹਾ ਰੂਟੀਨ ਚੱਲਦਾ ਸੀਗਾ, ਤੇ ਆਮ ਆਦਮੀ ਪਾਰਟੀ ਇੱਕ ਵਾਰ ਫੇਰ ਜਿੱਤ ਕੇ ਸ਼ਹਿਰੀ ਇਲੈਕਸ਼ਨ ਤੇ ਮੁੜ ਕੇ ਫੇਰ ਕਹੋ ਵੀ ਸਾਰਾ ਪੰਜਾਬ ਆਪਣੇ ਨਾਲ ਹੀ ਹੈ, ਤੇ ਬਾਕੀ ਦੀਆਂ ਗੱਲਾਂ ਤਾਂ ਐਵੇਂ ਹੀ ਨੇ। 1992 ਦੇ ਇਲੈਕਸ਼ਨ ਬਾਈਕਾਟ ਤੋਂ ਬਾਅਦ ਇੱਕ ਇੰਟਰਸਟਿੰਗ ਫਿਨੋਮੇਨਾ ਨਾਲ ਐਮਰਜ ਹੋਇਆ ਸੀ। ਮਿਲੀਟੈਂਟਸ ਤਾਂ ਕਹਿੰਦੇ ਵੀ ਅਸੀਂ ਬਾਈਕਾਟ ਕਰਾਈ ਸੀ, ਤੇ ਸਰਕਾਰ ਦੇ ਕੁਝ ਜਿਹੜੇ ਇੰਡੀਅਨ ਸਟੇਟ ਦੇ ਡਿਜ਼ਾਈਨਰ ਸੀਗੇ ਉਹ ਕਹਿੰਦੇ ਵੀ ਅਸੀਂ ਬਾਈਕਾਟ ਕਰਾਈ ਸੀਗੀ। ਤੇ ਉਸ ਬਾਈਕਾਟ ਦਾ ਇੱਕ ਕੰਪੋਨੈਂਟ ਸੀਗਾ ਕਿ ਬਾਈਕਾਟ ਤੋਂ ਬਾਅਦ ਜਿਹੜੀ ਕਾਂਗਰਸ ਦੀ ਸਰਕਾਰ ਬਣੇਗੀ ਉਹਨੂੰ ਲੈਜੀਟੀਮੇਸੀ ਪ੍ਰੋਵਾਈਡ ਕਿਵੇਂ ਕਰਨੀ ਹੈ।
ਉਹ ਕਹਿੰਦੇ ਵੀ ਇਸ ਤੋਂ ਬਾਅਦ ਇਲੈਕਸ਼ਨ ਕਰਾਓ ਲੋਕਲ ਬਾਡੀਜ਼ ਦੀ ਤੇ ਪੰਚਾਇਤ ਦੀ, ਤੇ ਇਹ ਦੋਵੇਂ ਇਲੈਕਸ਼ਨ ਹੋਈਆਂ ਸੀਗੀਆਂ। ਤੇ ਉਸ ਬਾਈਕਾਟਡ ਇਲੈਕਸ਼ਨ 'ਚੋਂ ਜਿਹੜੀ ਸਰਕਾਰ ਬਣੀ ਸੀ ਉਹਨੂੰ ਲੈਜੀਟੀਮੇਸੀ ਸੋ ਕਾਲਡ ਪ੍ਰੋਵਾਈਡ ਕਰਵਾਈ ਗਈ ਸੀ ਲੋਕਲ ਬਾਡੀਜ਼ ਤੇ ਪੰਚਾਇਤ ਇਲੈਕਸ਼ਨ ਕਰਾ ਕੇ। ਆਪਾਂ ਨੂੰ ਯਾਦ ਹੋਵੇ ਪੰਚਾਇਤਾਂ ਦੇ ਕੈਂਡੀਡੇਟ ਸਰਪੰਚ ਪੰਚ ਪੁਲਿਸ ਵਾਲਿਆਂ ਨੇ ਤਾਂ ਇੱਕ ਸੈਕਸ਼ਨ ਨੂੰ ਖੜੇ ਹੋਣ ਹੀ ਨਹੀਂ ਸੀ ਦਿੱਤਾ, ਪੂਰੀ ਉੱਥੇ ਧਾਂਦਲੀ ਹੋਈ ਸੀਗੀ। ਲੇਕਿਨ ਜਿਸ ਤਰ੍ਹਾਂ ਮਰਜ਼ੀ ਸੀ ਉਹਨਾਂ ਨੇ ਇੱਕ ਪ੍ਰੋਸੈਸ ਪੂਰਾ ਕੀਤਾ ਤੇ ਉਹ ਲੈਜੀਟੀਮੇਸੀ ਦਵਾਈ। ਪੰਜਾਬ 'ਚ ਇਹ ਰੋਲ ਹੈ। ਲੇਕਿਨ ਦੂਜਾ ਐਸਪੈਕਟ ਇਹਦਾ ਹੋਰ ਹੈ, ਆਪਣਾ ਜਿਹੜਾ ਪੈਟਰਨ ਹੈ, ਜਿਹੜੀ ਪਾਰਟੀ ਸਟੇਟ 'ਚ ਪਾਵਰ 'ਚ ਹੁੰਦੀ ਹੈ, ਜਿਹੜੀ ਸਰਕਾਰ ਹੁੰਦੀ ਹੈ, ਲੋਕਲ ਬਾਡੀਜ਼ ਤਕਰੀਬਨ ਉਹਨਾਂ ਨਾਲ ਹੀ ਜਾਂਦੀਆਂ। ਪੰਚਾਇਤਾਂ ਦਾ ਪੈਟਰਨ ਵੀ ਇਹੀ ਹੈ ਤੇ ਲੋਕਲ ਬਾਡੀਜ਼ ਦਾ ਵੀ ਇਹੀ ਹੈ। ਸੋ ਇਸ ਕਰਕੇ ਬਹੁਤਾ ਜ਼ੋਰ ਪੰਜਾਬ ਦੇ ਵਿੱਚ ਲੱਗਦਾ ਨਹੀਂ, ਲੇਕਿਨ ਲੋਕਲ ਲੈਵਲ ਤੇ ਜਿਨ੍ਹਾਂ ਨੇ ਲੀਡਰ ਬਣਨਾ ਹੁੰਦਾ ਹੈ ਉਹ ਪੈਸੇ ਵੀ ਖਰਚਦੇ ਆ। ਹੁਣ ਸਰਪੰਚ ਦੀ ਇਲੈਕਸ਼ਨ ਵੀ ਪੰਜਾਬ 'ਚ ਬਹੁਤ ਕਾਸਟਲੀ ਹੋਈ ਹੋਈ ਹੈ, ਇਸੇ ਕਰਕੇ ਲੋਕਲ ਲੀਡਰਸ਼ਿਪ ਹੋਰ ਥਾਂ ਤੇ ਹੈ। ਇਹ ਪਾਰਟੀ ਦੇ ਤੌਰ ਤੇ ਤਕਰੀਬਨ ਨਹੀਂ ਲੜੀਆਂ ਜਾਂਦੀਆਂ, ਪੰਚਾਇਤਾਂ ਦਾ ਬਿਲਕੁਲ ਨਹੀਂ ਸੀ ਲੜੀਆਂ ਜਾਂਦੀਆਂ ਅੱਗੇ। ਤੇ ਇਸ ਕਰਕੇ ਜਿਹੜਾ ਲੋਕਲ ਲੀਡਰਸ਼ਿਪ ਫਿਨਾਮਨਾ ਹੈ ਉਹ ਇੱਥੇ ਜ਼ਿਆਦਾ ਭਾਰੂ ਹੁੰਦਾ ਪਾਰਟੀ ਦੇ ਨਾਲੋਂ। ਤੇ ਲੋਕਲ ਲੀਡਰ ਕਿੰਨਾ ਕੁ ਜ਼ੋਰ ਲਾਉਂਦੇ ਹੈ, ਮੇਰੇ ਖਿਆਲ ਟਾਈਮ ਹੈ ਆ ਗਿਆ ਹੁਣ ਇਹਨਾਂ ਨੂੰ ਕਰਾ ਦੇਣੀ ਚਾਹੀਦੀ ਹੈ। ਨਾਰਮਲ ਪੈਟਰਨ ਜਿਹੜਾ ਮੈਂ ਕਹਿ ਰਿਹਾ ਕਿ ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਉਹ ਕੈਪਚਰ ਕਰ ਜਾਂਦੀ ਹੈ, ਨਾ ਵੀ ਕਰੇ ਤਾਂ ਬਾਅਦ ਫੇਰਾ ਫੇਰੀ ਕਰ ਲੈਂਦੇ ਹੁੰਦੇ ਹੈ। ਉਹ ਸ਼ੋਅ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਇਹ ਸਾਰੀ ਸਿਸਟਮ ਜਿਹੜਾ ਹੈ ਰੂਲਿੰਗ ਪਾਰਟੀ ਦੇ ਨਾਲ ਹੀ। ਤੇ ਮੇਰੇ ਖਿਆਲ 'ਚ ਇਹ ਫਿਨਾਮਨਾ ਹੁਣ ਹੋਏ। ਪ੍ਰੋਫੈਸਰ ਸਾਹਿਬ, ਇਹ ਹੈ ਤਾਂ ਬਹੁਤ ਵੱਡਾ ਪ੍ਰੋਸੈਸ। ਲੱਖਾਂ ਨੁਮਾਇੰਦੇ ਚੁਣੇ ਜਾਂਦੇ ਨੇ, 1 ਲੱਖ ਦੇ ਕਰੀਬ ਪੰਚਾਇਤੀ ਰਾਜ 'ਚ ਪੰਚ, ਸਰਪੰਚ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਦੇ ਮੈਂਬਰ ਔਰ ਇਸੇ ਤਰ੍ਹਾਂ ਜੀ ਮਿਊਨਿਸਪਲ ਕਮੇਟੀਆਂ ਤੇ ਕਾਰਪੋਰੇਸ਼ਨਾਂ। ਉਹ 73ਵੀਂ 74ਵੀਂ ਸੋਧ ਦੇ ਵਿੱਚ ਕਈ ਚੀਜ਼ਾਂ ਹੋਈਆਂ ਸੀ ਵੀ ਉਹਨਾਂ ਨੂੰ ਕੰਮ ਵੀ ਦੇਣੇ ਨੇ, ਪੈਸੇ ਵੀ ਦੇਣੇ ਨੇ, ਡਿਪਾਰਟਮੈਂਟ ਦੇ ਮੁਲਾਜ਼ਮ ਵੀ ਉਹਨਾਂ ਦੇ ਹਵਾਲੇ। ਉਹ ਤਾਂ ਉੱਥੇ ਹੀ ਖੜਦਾ, ਸਾਡੇ ਕਦੇ ਮੈਨੂੰ ਲੱਗਦਾ ਅੱਗੇ ਹੀ ਨਹੀਂ ਚੱਲਿਆ ਕਦੇ। ਇਹ ਏਜੰਡਾ ਵੀ ਕਿਸੇ ਲੋਕਲ ਇਲੈਕਸ਼ਨ 'ਚ ਕਿਉਂ ਨਹੀਂ ਬਣਦਾ ਕਦੇ? ਮੈਂ ਤਾਂ ਦੇਖਿਆ ਵੀ ਜਿਹੜੀਆਂ ਜਿੰਨੀਆਂ ਵੀ ਪਿੱਛੇ ਹੋਈਆਂ ਕਿ ਇੱਕ ਸੰਵਿਧਾਨ ਨੇ ਸਾਨੂੰ ਤਾਕਤ ਦਿੱਤੀ ਹੈ, ਉਹ ਸਾਨੂੰ ਸਰਕਾਰਾਂ ਕਿਉਂ ਨਹੀਂ ਦੇ ਰਹੀਆਂ? ਕਿਸੇ ਵੀ ਸਰਕਾਰ ਦੇ ਖਿਲਾਫ ਇਹ ਏਜੰਡਾ ਨਾ ਕਿਸੇ ਪਾਰਟੀ ਨੇ ਉਠਾਇਆ, ਨਾ ਕਿਸੇ ਆਪਣੇ ਸਿਵਲ ਸੁਸਾਇਟੀ ਜਾਂ ਸੋਸ਼ਲ ਆਰਗੇਨਾਈਜੇਸ਼ਨਾਂ ਹੁੰਦੀਆਂ ਨੇ, ਉਹ ਵੀ ਨਹੀਂ। ਤੁਸੀਂ ਪੜ੍ਹਾਉਂਦੇ ਵੀ ਹੋਵੋਗੇ ਬੱਚਿਆਂ ਨੂੰ ਸਾਰੇ ਯੂਨੀਵਰਸਿਟੀ, ਇਹ ਗ੍ਰਾਸ ਰੂਟ ਲੈਵਲ ਡੈਮੋਕ੍ਰੇਸੀ ਐਸੀ ਹੈ ਜਾਂ ਬਾਕੀ ਦੀਆਂ ਚੀਜ਼ਾਂ ਨੇ। ਪਰ ਉਹ ਗ੍ਰਾਸ ਰੂਟ ਲੈਵਲ ਡੈਮੋਕ੍ਰੇਸੀ ਜੇ ਹੋਣੀ ਉਹ ਇਹੋ ਜਿਹੀਆਂ ਨੋਮੀਨੇਸ਼ਨਾਂ ਟਾਈਪ ਹੀ ਹੋ ਜਾਣਾ ਹੈ, ਸਰਕਾਰੀ ਧਿਰ ਨਾਲੇ ਚੱਲਿਆ ਜਾਣਾ ਹੈ, ਤਾਂ ਉਹ 'ਚੋਂ ਲੀਡਰਸ਼ਿਪ ਐਮਰਜੈਂਸ ਦਾ ਜਿਹੜਾ ਸਕੋਪ ਹੈ, ਜਿਹੜਾ ਨੀਚੋਂ ਆਗੂ ਪੈਦਾ ਹੁੰਦੇ ਸੀ ਅੱਗੇ, ਸਰਪੰਚ ਬਣ ਗਿਆ, ਫਿਰ ਉੱਪਰ ਬਣ ਗਿਆ, ਫਿਰ ਉੱਪਰ ਬਣ ਗਿਆ, ਤੇ ਉਹ ਇੱਕ ਲੈਵਲ ਦਾ ਬੰਦ ਜਾ ਹੋਇਆ ਲੱਗਦਾ। ਕੀ ਕੋਈ ਫਰਕ ਪਏਗਾ ਇਸ ਸਮੇਂ ਜੇਕਰ ਜਿਹੋ ਜਿਹਾ ਆਮ ਆਦਮੀ ਪਾਰਟੀ ਕਿਉਂਕਿ ਕਹਿੰਦੀ ਹੈ ਕਿ ਅਸੀਂ ਨਵੇਂ ਪਾਸਿਓਂ ਆਏ ਹਾਂ, ਹਾਲਾਂਕਿ ਉਹ ਵੀ ਉਧਾਰੇ ਕੈਂਡੀਡੇਟ ਲੈ ਲੈਂਦੇ ਨੇ ਅੱਜ ਕੱਲ੍ਹ, ਕਿਤੋਂ ਵੀ ਨਵਾਂ ਤਾਂ ਨਹੀਂ ਕੰਮ ਉਵੇਂ ਰਿਹਾ, ਤਰੀਕਾ ਉਹੀ ਹੈ, ਕੋਈ ਫਰਕ ਪਊਗਾ? ਦੇਖਿਆ ਏਦਾਂ ਹਮੀਰ ਸਿੰਘ ਜੀ ਕਿ ਇਹਦੇ 'ਚ ਕੋਈ ਦੋ ਰਾਏ ਨਹੀਂ ਹਨ ਕਿ ਜਿੰਨੇ ਵੀ ਜ਼ਿਮਨੀ ਚੋਣਾਂ ਹੁੰਦੀਆਂ ਨੇ, ਜ਼ਿਆਦਾਤਰ ਜ਼ਿਮਨੀ ਚੋਣਾਂ ਉਹ ਪਾਰਟੀ ਜਿੱਤਦੀ ਹੈ ਜਿਸ ਪਾਰਟੀ ਦੀ ਸਰਕਾਰ ਸਟੇਟ 'ਚ ਹੁੰਦੀ ਹੈ। ਤੁਸੀਂ ਆ ਹੁਣੇ ਪਿਛਲੇ 2-3 ਦਿਨਾਂ 'ਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਹਨਾਂ ਦਾ ਤੁਸੀਂ ਲਾ ਸਕਦੇ ਹੋ ਕਿ ਸ਼ਿਮਲੇ ਦੇ ਵਿੱਚ ਕਾਂਗਰਸ ਨੇ ਜਿੱਤੀ ਹੈ। ਉਸ ਤੋਂ ਬਾਅਦ यूपी ਦੇ ਵਿੱਚ ਇਲੈਕਸ਼ਨਾਂ ਹੋਈਆਂ ਲੋਕਲ ਬਾਡੀਜ਼ ਦੀਆਂ, ਸਾਰੀਆਂ ਬੀਜੇਪੀ ਨੇ ਜਿੱਤੀਆਂ, ਉਹਨਾਂ ਦੀ ਸਰਕਾਰ ਹੈ। ਉਸ ਤੋਂ ਬਾਅਦ ਤੁਸੀਂ ਉੜੀਸਾ ਚ ਲਾ ਲਓ, ਉੜੀਸਾ ਦੇ ਵਿੱਚ ਉੱਥੇ ਦੀ ਜਿਹੜੀ ਪੋਲੀਟੀਕਲ ਪਾਰਟੀ ਪਾਵਰ ਦੇ ਹੈ ਬੀਜੂ ਜਨਤਾ ਦਲ, ਉਹਨੇ ਜਿੱਤੀਆਂ ਜ਼ਿਮਨੀ ਚੋਣਾਂ। ਜ਼ਿਮਨੀ ਚੋਣਾਂ ਜਿਹੜੀਆਂ ਹੈਗੀਆਂ ਉਹ ਤਾਂ ਜ਼ਿਆਦਾਤਰ ਉਹੀ ਪੋਲੀਟੀਕਲ ਪਾਰਟੀਆਂ ਜਿੱਤਦੀਆਂ ਜਿਨ੍ਹਾਂ ਦੀ ਸੱਤਾ ਹੁੰਦੀ ਹੈ। ਅਗਰ ਕੋਈ ਪੋਲੀਟੀਕਲ ਪਾਰਟੀ ਸੱਤਾ ਚ ਉਹਦੇ ਵਿਪਰੀਤ ਅਗਰ ਇਸ ਤਰ੍ਹਾਂ ਦਾ ਹੋ ਜਾਵੇ ਤਾਂ ਇਹਦਾ ਮਤਲਬ ਬਹੁਤ ਹੀ ਅਨਪਪੂਲਰ ਹੈ ਜਾਂ ਉਹਨਾਂ ਨੂੰ ਇਲੈਕਸ਼ਨ ਮੈਨੇਜ ਕਰਨਾ ਨਹੀਂ ਆਉਂਦਾ। ਜਿਹੜੀ ਲੋਕਲ ਬਾਡੀਜ਼ ਦੀ ਇਲੈਕਸ਼ਨ ਹੈ, ਚਾਹੇ ਪੰਚਾਇਤਾਂ ਦੇ ਲੈਵਲ ਤੇ ਹੋਵੇ ਚਾਹੇ ਮਿਊਨਿਸਪੈਲਿਟੀਆਂ ਦੇ ਲੈਵਲ ਤੇ ਹੋਵੇ, ਆਮ ਤੌਰ ਪਰ ਇਹ ਕਿਹਾ ਜਾਂਦਾ ਹੈ ਕਿ ਇਹ ਪੋਲੀਟੀਕਲ ਪਾਰਟੀਆਂ ਦੇ ਲੈਵਲ ਤੇ ਨਹੀਂ ਲੜੀਆਂ ਜਾਂਦੀਆਂ, ਜ਼ਿਆਦਾਤਰ ਲੋਕ ਇੰਡੀਪੈਂਡੈਂਟ ਹੁੰਦੇ ਆ, ਪੋਲੀਟੀਕਲ ਪਾਰਟੀਆਂ ਸਪੋਰਟ ਕਰਦੀਆਂ। ਉਸ ਤੋਂ ਬਾਅਦ ਜਿੰਨੇ ਵੀ ਸਰਪੰਚ ਜਿੱਤ ਗਏ ਜਾਂ ਜਿੰਨੇ ਵੀ ਮਿਊਨਿਸਪਲ ਕਮਿਸ਼ਨਰ ਜਿੱਤ ਗਏ, ਉਸ ਤੋਂ ਬਾਅਦ ਢਾਹ ਭੰਨ ਕਰਕੇ ਐਲਾਨ ਕੀਤਾ ਜਾਂਦਾ ਹੈ ਕਿ ਅਸੀਂ ਜੀ 80% ਮਿਊਨਿਸਪੈਲਿਟੀਆਂ ਜਿੱਤ ਗਏ, 70% ਮਿਊਨਿਸਪੈਲਿਟੀਆਂ ਜਿੱਤ ਗਏ ਜਾਂ ਪੰਚਾਇਤਾਂ ਜਿੱਤ ਗਏ। ਆਮ ਹੁੰਦਾ ਅਪੇਰੈਂਟਲੀ ਪੋਲੀਟੀਕਲ ਪਾਰਟੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਸਪੋਰਟ ਕਰਦੀਆਂ।
ਹੁਣ ਗੱਲ ਇਹ ਹੈਗੀ ਹੈ, ਜੇ ਪੰਚਾਇਤਾਂ ਦਾ ਇਲੈਕਸ਼ਨ ਪੰਜਾਬ ਦੇ ਵਿੱਚ ਹੁੰਦਾ ਹੈ, ਆਪਾਂ ਇਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹਦਾ ਬੂਥ ਲੈਵਲ ਤੇ ਪ੍ਰੈਜ਼ੈਂਸ ਨਹੀਂ ਹੈ, ਹਰ ਪਿੰਡ ਦੇ ਵਿੱਚ ਪ੍ਰੈਜ਼ੈਂਸ ਨਹੀਂ ਹੈ। ਲੇਕਿਨ ਮੈਂ ਤੁਹਾਨੂੰ ਦੱਸਦਾ, ਮੇਰੀ ਪਰਸਨਲ ਨੌਲੇਜ ਹੈ ਕਿ ਕਈ ਜਗ੍ਹਾ ਦੇ ਉੱਪਰ ਜਿੱਥੇ ਕਾਂਗਰਸ ਦੀਆਂ ਜਾਂ ਅਕਾਲੀ ਦਲ ਦੀਆਂ ਮਿਊਨਿਸਪੈਲਿਟੀਆਂ ਸੀਗੀਆਂ ਜਾਂ ਪੰਚਾਇਤ ਸਮਤੀਆਂ ਸੀਗੀਆਂ, ਆਮ ਆਦਮੀ ਪਾਰਟੀ ਦੀ ਸੱਤਾ 'ਚ ਆਉਣ ਦੇ ਨਾਲ ਹੀ ਐਮਐਲਏਆਂ ਦੇ ਪ੍ਰਭਾਵ ਦੇ ਵਿੱਚ ਉਹੀ ਜਿਹੜਾ ਅਸੀਂ ਏਡ ਵੀ ਦੇਣੀ ਹੈ, ਅਸੀਂ ਗ੍ਰਾਂਟਾਂ ਵੀ ਦੇਣੀਆਂ, ਸਾਰਾ ਕੁਝ ਉਹਨੂੰ ਸਾਹਮਣੇ ਰੱਖਦੇ ਹੋਏ ਬਹੁਤ ਜਗ੍ਹਾ ਦੇ ਉੱਪਰ ਹੇਰ-ਫੇਰ ਹੋ ਗਿਆ। ਉਹ ਕਹਿੰਦਾ ਫੇਰ ਬਦਲ ਲਾਂਗੇ, ਕਿਉਂਕਿ ਉਹ ਕੋਈ ਪੋਲੀਟੀਕਲ ਕਮਿਟਮੈਂਟ ਨਹੀਂ ਹੁੰਦੀ। ਉਹ ਇਹ ਹੁੰਦਾ ਹੈ ਕਿ ਆਪਾਂ ਨੇ ਫੰਡਸ ਲੈਣੇ ਆ ਜਾਂ ਡਿਵੈਲਪਮੈਂਟ ਦੇ ਕੰਮ ਕਰਨੇ ਆ, ਪੰਚਾਇਤ ਦੇ, ਜਾਂ ਸਾਰਾ ਕੁਝ ਇਹ ਹੁੰਦਾ। ਤਾਂ ਇਹ ਜਿਹੜਾ ਇਲੈਕਸ਼ਨ ਅਗਰ ਹੁੰਦਾ ਹੈ, ਜਿਹੜਾ ਕਿ ਓਵਰਡਿਊ ਹੈ ਮਿਊਨਿਸਪੈਲਿਟੀਆਂ ਦਾ ਵੀ ਔਰ ਪੰਚਾਇਤਾਂ ਦਾ ਵੀ, ਤਾਂ ਡੈਫੀਨਿਟਲੀ ਅਕਾਲੀ ਦਲ ਇਹ ਜਿਹੜੀ ਜਲੰਧਰ ਵਾਲੀ ਸੀਟ ਦੀ ਉਹ ਲੈ ਕੇ ਕਿ ਦੇਖੋ ਅਸੀਂ ਹੁਣ ਰੀਸੈਂਟਲੀ ਜਿੱਤੇ ਗਏ ਤੇ ਇੱਕ ਉਤਸ਼ਾਹ ਹੈ, ਉਹਨੂੰ ਲੈ ਕੇ ਇਲੈਕਸ਼ਨ ਕਰਵਾਉਣਗੇ। ਔਰ ਉਸ ਇਲੈਕਸ਼ਨ ਦੇ ਵਿੱਚ ਇੱਕ ਮੈਂ ਤੁਹਾਨੂੰ ਦੱਸ ਦਿੰਦਾ, ਅੱਜ ਉਸ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਉਹਨਾਂ ਵਧੀਆ ਪਰਫਾਰਮ ਨਹੀਂ ਕਰ ਪਾਏਗੀ, ਕਿਉਂਕਿ ਅਕਾਲੀ ਦਲ ਤੇ ਕਾਂਗਰਸ, ਈਵਨ ਪਾਕਟਸ ਦੇ ਵਿੱਚ ਬੀਜੇਪੀ ਦੀ ਬਹੁਤ ਸਟਰੋਂਗ ਪ੍ਰੈਜ਼ੈਂਸ ਹੈ। ਔਰ ਪੈਨ ਪੰਜਾਬ ਲੈਵਲ ਦੇ ਉੱਪਰ ਆਮ ਆਦਮੀ ਪਾਰਟੀ ਉਹਨਾਂ ਜ਼ਿਆਦਾ ਕੰਸੈਂਟਰੇਟ ਨਹੀਂ ਕਰ ਪਾਏਗੀ ਜਿੰਨਾ ਕੱਲੇ ਜਲੰਧਰ ਦੇ ਉੱਪਰ ਕਰ ਪਾਈ ਹੈ। ਇਹ ਆਮ ਆਦਮੀ ਪਾਰਟੀ ਕੋਸ਼ਿਸ਼ ਕਰ ਲੂਗੀ, ਤੁਹਾਡੇ ਸਾਹਮਣੇ ਹੈ, ਤੁਸੀਂ ਦੇਖ ਲਿਓ ਕਿ ਇਹ ਨਹੀਂ ਹੋ ਪਾਏਗਾ ਪੰਜਾਬ ਦੇ ਵਿੱਚ ਕਿ ਡੋਮੀਨੈਂਟ ਪੋਜੀਸ਼ਨ ਆਮ ਆਦਮੀ ਪਾਰਟੀ ਦੀ ਮਿਊਨਿਸਪਲ ਕਮੇਟੀਆਂ ਦੇ ਵਿੱਚ ਜਾਂ ਪੰਚਾਇਤਾਂ ਦੇ ਵਿੱਚ ਰਹੂਗੀ ਜਾਂ ਪੰਚਾਇਤ ਸਮਤੀਆਂ 'ਚ ਰਹੂਗੀ। ਜੀ। ਤੇ ਲੋਕਲ ਬਾਡੀ ਔਰ ਪੰਚਾਇਤੀ ਰਾਜ ਵੈਸੇ ਵੱਖ-ਵੱਖ ਪਾਰਟੀਆਂ ਤਾਂ ਸਿੰਬਲ ਤੇ ਲੜਦੀਆਂ ਨੇ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਔਰ ਏ ਗ੍ਰੇਡ ਦੀਆਂ ਮਿਊਨਿਸਪਲ ਕਮੇਟੀਆਂ ਤੇ ਕਾਰਪੋਰੇਸ਼ਨਾਂ ਸਾਰੀਆਂ ਸਿੰਬਲ ਤੇ ਲੜੀਆਂ। ਪਰ ਆਮ ਆਦਮੀ ਪਾਰਟੀ, ਭਗਵੰਤ ਮਾਨ ਨੇ ਹਮੇਸ਼ਾ ਇਹ ਡਿਮਾਂਡ ਕੀਤੀ ਪਿਛਲੀਆਂ ਚੋਣਾਂ 'ਚ ਕਿ ਇਹ ਚੋਣਾਂ ਪਾਰਟੀ ਸਿੰਬਲ ਤੇ ਨਹੀਂ ਹੋਣੀਆਂ ਚਾਹੀਦੀਆਂ। ਹੁਣ ਦੇਖਣਾ ਹੋਏਗਾ ਕਿ ਇਹ ਪਾਰਟੀ ਹੁਣ ਵੀ ਉਹੀ ਸਟੈਂਡ ਰੱਖਦੀ ਹੈ ਕਿ ਜਿਹੜੀਆਂ ਇਹ, ਕਿਉਂਕਿ ਵਿਕਾਸ ਦੀਆਂ ਸੰਸਥਾਵਾਂ ਨੇ, ਇਹ ਪਾਰਟੀ ਸਿੰਬਲ ਤੇ ਨਹੀਂ ਹੋਣੀਆਂ ਚਾਹੀਦੀਆਂ, ਤਾਂ ਇੱਕ ਹੋਰ ਗੱਲ ਹੋਏਗੀ। ਜੇ ਇਹਨਾਂ ਨੂੰ ਵੀ ਐਂ ਲੱਗਿਆ ਵੀ ਹੁਣ ਆਪਣੇ ਹੀ ਬਣਾਉਣੇ ਨੇ, ਆਪਣੇ ਸਿੰਬਲ ਸਾਹਮਣੇ ਆ ਜਾਣਗੇ, ਤਾਂ ਇੱਕ ਅਲੱਗ ਗੱਲ ਹੈ। ਪੰਚਾਇਤ ਚੋਣਾਂ ਕਦੇ ਨਹੀਂ ਹੋਈਆਂ ਸਿੰਬਲ ਤੇ, ਉਹ ਇੱਕ ਅਲੱਗ ਗੱਲ ਹੈ। ਪਰ ਇਸ ਏਜੰਡੇ ਨੂੰ ਆਪਾਂ ਅੱਗੇ ਇੱਕ ਅਗਲਾ ਪਹਿਲੂ ਜਿਹੜਾ ਚੱਲਦੇ ਸਰਦਾਰ ਜਗਤਾਰ ਸਿੰਘ ਜੀ, ਜਥੇਦਾਰ ਅਕਾਲ ਤਖਤ ਸਾਹਿਬ ਬੜਾ ਪਿਛਲੇ ਸਮੇਂ ਤੋਂ ਕਈ ਮਾਮਲਿਆਂ 'ਚ ਚਰਚਾ 'ਚ ਵੀ ਲਗਾਤਾਰ ਨੇ, ਚਾਹੇ ਉਹ ਅੰਮ੍ਰਿਤਪਾਲ ਵਾਲਾ ਉਹ ਵਰਤਾਰਾ ਸੀ, ਚਾਹੇ ਉਹ ਮੁੰਡਿਆਂ ਨੂੰ ਦਿਬੜੂਗੜ੍ਹ ਭੇਜਣਾ ਸੀ, ਉਹਨਾਂ ਤੇ ਸਟੈਂਡ ਲੈਣਾ ਕਿ ਇਹਨਾਂ ਨੂੰ ਤੁਰੰਤ, ਜਾਂ ਹੋਰ ਬੰਦੇ ਫੜੇ ਸੀ ਰਿਹਾ ਕਰੋ, ਚਾਹੇ ਮੀਡੀਆ ਦੇ ਵਿੱਚ ਕੁਝ ਪੇਜ ਜਿਹੜੇ ਸੀ ਕੁਝ ਜਰਨਲਿਸਟਾਂ ਦੇ ਉਹ ਉਡਾ ਦੇਣੇ, ਉਹਦੇ ਤੇ ਉਹਨਾਂ ਨੇ ਡਿਮਾਂਡ ਕੀਤੀ, ਪੱਤਰਕਾਰਾਂ ਦੀ ਇੱਕ ਮੀਟਿੰਗ ਵੀ ਬੁਲਾਈ। ਉਹਨਾਂ ਨੇ ਇਹ ਵੀ ਕਿਹਾ ਕਿ ਅੱਗੇ ਵੀ ਜਿਹੜੇ ਮਨੁੱਖੀ ਅਧਿਕਾਰਾਂ ਦੇ ਕੁਐਸਚਨ ਨੇ, ਅਕਾਲ ਤਖਤ ਨਾਲ ਖੜਦਾ ਰਹੂਗਾ ਸਾਰੇ ਪੰਜਾਬ ਦੇ, ਉਹ ਸਾਰਿਆਂ ਦੇ। ਉਵੇਂ ਇੱਕ ਚਰਚਾ ਦੇ ਵਿੱਚ ਇੱਕ ਗੱਲ ਚੱਲਦੀ ਰਹੀ, ਪਰ ਹੁਣ ਚਰਚਾ ਇੱਕ ਅਲੱਗ ਕਿਸਮ ਦੀ ਆਈ ਹੈ ਕਿ ਜਥੇਦਾਰ ਸਾਹਿਬ ਦੇਖੇ ਗਏ ਜਾਂ ਗਏ, ਦੇਖੇ ਕਿ ਗਏ, ਸ਼ਾਮਲ ਹੋਏ ਰਾਘਵ ਚੱਡਾ ਤੇ ਪਰਨੀਤੀ ਚੋਪੜਾ ਦੇ ਮੰਗਣੀ 'ਚ ਕਪੂਰਥਲਾ ਹਾਊਸ 'ਚ ਦਿੱਲੀ ਦੇ ਵਿੱਚ। ਉਦੋਂ ਬਾਅਦ ਇੱਕ ਚਰਚਾ ਚੱਲਦੀ ਹੈ, ਵੈਸੇ ਤਾਂ ਉਹ ਪਰਸਨਲ ਫੰਕਸ਼ਨ ਹੈ, ਪਰਸਨਲ ਫੰਕਸ਼ਨ 'ਚ ਸੱਦੇ ਤੇ ਨਾਰਮਲੀ ਲੋਕ ਆਉਂਦੇ ਜਾਂਦੇ ਵੱਖ-ਵੱਖ, ਪਰ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਜਾਂ ਬਾਕੀ ਚੱਲ ਰਿਹਾ, ਇੱਕ ਗੱਲ ਇਹ ਜ਼ਰੂਰ ਚੱਲ ਰਹੀ ਹੈ ਕਿ ਜਿਹੜੇ ਬੰਦਿਆਂ ਨੇ, ਜਿਹੜੀ ਸਰਕਾਰ ਨੇ ਇਹ ਸਾਰਾ ਕੁਝ ਜਿਹਦੇ ਖਿਲਾਫ ਜਥੇਦਾਰ ਸਾਹਿਬ ਇੱਕ ਸਟੈਂਡ ਲੈਂਦੇ ਨਜ਼ਰ ਆਉਂਦੇ ਸੀ, ਤੇ ਉਹੀ ਸਰਕਾਰ ਦੇ ਮੇਨ ਬੰਦੇ, ਖਾਸ ਤੌਰ ਤੇ ਜਿਨ੍ਹਾਂ ਨੂੰ ਕਹਿੰਦੇ ਦਿੱਲੀ ਤੋਂ ਚਲਾ ਰਹੇ ਨੇ, ਸਾਨੂੰ ਮਨਜ਼ੂਰ ਨਹੀਂ, ਸਾਡੇ ਚੀਫ ਮਿਨਿਸਟਰ ਨੂੰ ਵੀ ਬੁਲਡੋਜ਼ ਕਰਦੇ ਨੇ, ਬਾਕੀ ਜਗ੍ਹਾ ਵੀ ਜਾ ਰਹੇ ਨੇ, ਇੱਕੇ ਪੋਲੀਟੀਕਲ ਲੈਵਲ ਦਾ ਸਟੈਂਡ ਲੈਂਦੇ ਰਹੇ ਲਗਾਤਾਰ। ਤੇ ਹੁਣ ਉੱਥੇ ਜਾਣਾ ਜਾਂ ਜਿਸ ਰੂਪ 'ਚ ਜਾਣਾ, ਜਿਸ ਤੌਰ ਤਰੀਕੇ ਨਾਲ, ਜਿੰਨਾ ਕੁ ਉਹਨਾਂ ਦਾ ਆਓ ਭਗਤ ਹੁੰਦਾ ਹੈ, ਇਹ ਸਾਰੇ ਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ ਹੈ ਕਿ ਇਹ ਇੱਕ ਸਮਾਜਿਕ ਇਕੱਲਾ ਮਾਮਲਾ ਹੀ ਹੈ, ਚਲੇ ਗਏ ਤਾਂ ਵੀ ਕੋਈ ਗੱਲ ਨਹੀਂ, ਜਾਂ ਇਹਦੇ ਕੋਈ ਹੋਰ ਮਾਨੇ ਵੀ ਨੇ, ਇੱਕ ਇਸੇ ਟੈਂਪੋਰਲ ਸੀਟ ਤੇ ਬੈਠਾ ਵਿਅਕਤੀ ਨੂੰ ਕਿਸ ਤਰ੍ਹਾਂ ਦੇ ਲੋਕ ਦੇਖਣਾ ਚਾਹੁੰਦੇ? ਇਹ ਆਪਣੇ ਆਪ ਦੇ ਵਿੱਚ ਬਹੁਤ ਕੰਪਲੈਕਸ ਇਸ਼ੂ ਹੈ, ਕਿਉਂਕਿ ਇਹੋ ਜਿਹਾ ਇੰਸਟੀਟਿਊਸ਼ਨ ਦੁਨੀਆ ਦੇ ਵਿੱਚ ਹੋਰ ਕਿਸੇ ਧਰਮ ਦਾ ਨਹੀਂ ਹੈ ਤੇ ਹੋਰ ਕਿਤੇ ਵੀ ਨਹੀਂ ਹੈ। ਤੇ ਇਹਦੀ ਸਮਝ ਮੇਰੇ ਖਿਆਲ 'ਚ ਸਾਨੂੰ ਵੀ ਹਜੇ ਉਸ ਢੰਗ ਨਾਲ ਹੈ ਨਹੀਂ ਗੀ, ਤੇ ਅਸੀਂ ਇਹਨੂੰ ਪਲੇਸ ਨਹੀਂ ਕਰਦੇ। ਮੈਂ ਇਹ ਗੱਲ ਮੰਨ ਕੇ ਤੁਰਦਾ। ਹੁਣ ਚੱਲਦੇ ਆ ਅਗਲੀ ਗੱਲ। ਜਥੇਦਾਰ ਅਕਾਲ ਤਖਤ ਸੋਸ਼ਲ ਫੰਕਸ਼ਨ 'ਚ ਜਾਵੇ ਨਾ ਜਾਵੇ, ਇੱਕ ਪਹਿਲੂ ਇਹ ਹੈ, ਮੈਂ ਪਰਸਨਲੀ ਫੀਲ ਕਰਦਾ ਹਾਂ ਕਿ
ਸੋਸ਼ਲ ਹੋਣਾ ਕੋਈ ਮਾੜੀ ਗੱਲ ਨਹੀਂ। ਇਹ ਜਿਹੜੀ ਸਿਆਸਤ ਹੁੰਦੀ ਹੈ ਉਹ ਹੋਰ ਲੈਵਲ ਤੇ ਹੁੰਦੀ ਹੈ, ਤੇ ਜਿਹੜੇ ਸੋਸ਼ਲ ਇਸ਼ੂਜ਼ ਹੁੰਦੇ ਆ ਉਹ ਹੋਰ ਲੈਵਲ ਤੇ ਹੁੰਦੇ ਆ। ਮੈਂ ਨਾਲ ਹੀ ਇੱਕ ਗੱਲ ਹੋਰ, ਜਿੱਥੇ ਇਹਨਾਂ ਨੂੰ ਜਥੇਦਾਰ ਨੂੰ ਟ੍ਰੇਵਲ ਕੀਤਾ ਜਾ ਰਿਹਾ ਸੀਗਾ, ਇੱਕ ਹੋਰ ਆਸਪੈਕਟ ਤੇ ਵੀ ਰਾਘਵ ਤੇ ਪ੍ਰਨੀਤੀ ਨੂੰ ਟ੍ਰੇਲ ਕੀਤਾ ਜਾ ਰਿਹਾ ਸੀਗਾ ਕਿ ਉਹਨਾਂ ਨੇ ਸਿੱਖ ਰਹੁ ਰੀਤ ਨਾਲ ਇਹ ਆਪਣੀ ਮੰਗਣੀ ਕਰਵਾਈ, ਤੇ ਕੀਰਤਨ ਹੋ ਰਿਹਾ ਸੀ ਤੇ ਸਾਹਮਣੇ ਗੱਦੇ ਵਿਛਾ ਕੇ ਇਹ ਮੁੰਡਾ ਕੁੜੀ ਬੈਠੇ ਸੀ। ਉੱਥੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਹੈ ਨਹੀਂ, ਜੇ ਸਿਰਫ ਕੀਰਤਨ ਹੋ ਰਿਹਾ ਹੋਵੇ ਤਾਂ ਲੋਕ ਕੁਰਸੀਆਂ ਤੇ ਵੀ ਬੈਠੇ ਹੁੰਦੇ ਆ। ਇਸ ਕਰਕੇ ਉਹ ਟਰੋਲ ਕਰਨਾ ਉਹ ਬੇਸਿਕਲੀ ਗਲਤ ਹੈ। ਮੈਂ ਇੱਕ ਬ੍ਰੌਡਰ ਗੱਲ ਕਰੂੰਗਾ। ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਜਦੋਂ ਕੋਈ ਨਾਨ ਸਿੱਖ ਫੈਮਿਲੀ ਪੰਜਾਬੀ ਸਿੱਖ ਰਹੁ ਰੀਤ ਨਾਲ ਵਿਆਹ ਕਰਨਾ ਚਾਹੁੰਦੀ, ਖਾਸ ਕਰਕੇ ਜਿਹੜੀਆਂ ਇਹ ਐਮੀਨੈਂਟ ਫੈਮਿਲੀਜ਼ ਹੈਗੀਆਂ, ਤੇ ਸਡਨਲੀ ਛੋਟੀ ਛੋਟੀਆਂ ਗਲਤੀਆਂ ਕੱਢਣ ਲੱਗ ਪੈਂਦੇ ਆ। ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਵੀ ਸਿੱਖ ਰਹੁ ਰੀਤ ਦਾ ਪ੍ਰਚਾਰ ਇਸ ਲੈਵਲ ਤੇ ਹੋ ਰਿਹਾ ਹੈ। ਸਿਰ ਦੇਣਾ ਵੱਖਰੀ ਗੱਲ ਹੈ, ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ, ਸਿੱਖ ਧਰਮ ਨੇ ਕਿੱਥੇ ਪਹੁੰਚਾਇਆ। ਅੱਜ ਦੇ ਜ਼ਮਾਨੇ ਦੇ ਵਿੱਚ ਜੇ ਤੁਹਾਨੂੰ ਮਾਰਕੀਟਿੰਗ ਇਸ ਢੰਗ ਨਾਲ ਵੀ ਮਿਲ ਰਹੀ ਹੈ ਤੇ ਲੈਣ ਦੇ ਵਿੱਚ ਕੀ ਹਰਜ ਹੈ। ਛੋਟੀਆਂ ਛੋਟੀਆਂ ਗਲਤੀਆਂ ਕੱਢਣ ਨਾਲੋਂ ਤੁਸੀਂ ਕਹੋ ਵੀ ਬਹੁਤ ਵਧੀਆ ਗੱਲ ਹੈ, ਹੋਰ ਵੀ ਅੱਗੇ ਪ੍ਰਚਾਰੋ। ਹੁਣ ਜਦੋਂ ਦੀ ਸਤਿਕਾਰ ਕਮੇਟੀ ਬਣੀ ਹੈ, ਉਹ ਸਿੱਖਾਂ ਨੂੰ ਘਰ 'ਚ ਉਹਨਾਂ ਨੇ ਗ੍ਰੰਥ ਸਾਹਿਬ ਰੱਖਣਾ ਵੀ ਬੰਦ ਕਰਾਤਾ। ਵੀ ਕਿੱਧਰ ਸਿੱਖ ਜਾ ਕਿੱਧਰ ਰਹੇ ਅਲਟੀਮੇਟਲੀ, ਇੱਕ ਆਸਪੈਕਟ ਹੋਇਆ। ਲੇਕਿਨ ਚਲੋ ਮੈਂ ਉਹ ਗੱਲ ਨਹੀਂ ਕਰਦਾ, ਜੇ ਮੈਂ ਇੱਥੇ ਹੀ ਜਥੇਦਾਰ ਜੀ ਤੇ ਆਉਣਾ ਵਾਪਸ। ਪਹਿਲੀ ਗੱਲ, ਹੁਣ ਇੱਕ ਮੌਕਾ ਆ ਗਿਆ, ਇਹ ਇੱਕ ਰਾਦਰ ਇੱਕ ਤਰੀਕਾ ਹੈ ਜਾਂ ਇਸ਼ੂ ਬਣ ਗਿਆ ਕਿ ਜਥੇਦਾਰ ਨੂੰ ਜਾਣਾ ਚਾਹੀਦਾ ਕਿ ਨਹੀਂ। ਇਸ ਤੋਂ ਪਹਿਲਾਂ ਤੁਸੀਂ ਫੈਸਲਾ ਇਹ ਕਰੋ ਵੀ ਜਿਹੜਾ ਇਹ ਇੰਸਟੀਟਿਊਸ਼ਨ ਹੈ ਇਹ ਹੈ ਕੀ ਇਹ ਗੁਰਦੁਆਰਾ ਹੈ ਜਾਂ ਤਖਤ ਹੈ। ਗੁਰੂ ਹਰਗੋਬਿੰਦ ਨੇ ਇਹ ਗੁਰਦੁਆਰਾ ਨਹੀਂ ਸੀ ਬਣਾਇਆ। ਦਰਬਾਰ ਸਾਹਿਬ ਦੇ ਸਾਹਮਣੇ ਗੁਰਦੁਆਰਾ ਬਣਾਉਣ ਦਾ ਕੋਈ ਮਤਲਬ ਨਹੀਂ। ਉਹਨਾਂ ਨੇ ਤਖਤ ਬਣਾਇਆ ਸੀ, ਸਿੱਖ ਪ੍ਰਭੂ ਸੱਤਾ ਦਾ ਸਿੰਬਲ ਹੈ। ਉਹਨਾਂ ਨੇ ਸਟੇਟ ਨੂੰ ਕਨਫਰੰਟ ਕੀਤਾ ਸੀ, ਇਹ ਸੁਨੇਹਾ ਦਿੱਤਾ ਸੀ ਕਿ ਅਸੀਂ ਪੋਲੀਟੀਕਲ ਪਾਵਰ ਹੈ, ਇਹ ਪੋਲੀਟੀਕਲ ਪਾਵਰ ਦਾ ਸਿੰਬਲ ਹੈ। ਤੇ ਓਵਰ ਦੀ ਈਅਰਸ ਹੋਇਆ ਕੀ ਹੈ, ਇਹਦਾ ਜਥੇਦਾਰ ਕੋਈ ਨਹੀਂ ਸੀ ਹੁੰਦਾ। ਸਿਰਫ ਹੈਡ ਗ੍ਰੰਥੀ ਦਰਬਾਰ ਸਾਹਿਬ ਦਾ, ਜਿਵੇਂ ਭਾਈ ਮਨੀ ਸਿੰਘ ਪਹਿਲੇ ਬਣੇ ਗੁਰੂਆਂ ਤੋਂ ਬਾਅਦ, ਬਾਬਾ ਬੁੱਢਾ, ਭਾਈ ਮਨੀ ਸਿੰਘ, ਇਹ ਲੋਕ। ਜਥੇਦਾਰ ਆਪਣਾ ਅਕਾਲ ਤਖਤ ਦੇ ਉੱਤੇ ਛੱਤ ਬਾਅਦ ਦੇ ਵਿੱਚ ਪੈਂਦੀ ਹੈ ਬਹੁਤ, ਤੇ ਇੱਥੇ ਗੁਰੂ ਗ੍ਰੰਥ ਸਾਹਿਬ ਬਾਅਦ ਚ ਕੇ ਰਾਤ ਨੂੰ ਵਿਸ਼ਰਾਮ ਕਰਾਇਆ ਜਾਂਦਾ ਹੈ। ਉਹ ਇਹ ਪਹਿਲਾਂ ਦੀ ਰੀਤ ਨਹੀਂ ਹੈ, ਗੁਰੂਆਂ ਵੇਲੇ ਦੀ ਰੀਤ ਨਹੀਂ ਹੈ। ਤੇ ਜਥੇਦਾਰ ਵੀ ਇਸ ਤਰ੍ਹਾਂ 1900 ਪਹਿਲਾਂ ਸਰਬਰਾ ਕਹਿੰਦੇ ਸੀਗੇ। ਸਰਬਰਾ 1920 ਤੱਕ ਤਾਂ ਸਰਬਰਾ ਹੁੰਦਾ ਸੀਗਾ। ਭਾਈ ਅਰੂਣ ਸਿੰਘ 1920 ਜਿਹਨੇ ਜਨਰਲ ਡਾਇਰ ਨੂੰ ਸਰੋਪਾ ਦਿੱਤਾ, ਉਹ ਸਰਬਰਾ ਸੀ। ਹੁਣ ਜਿਹੜੀ ਜਥੇਦਾਰੀ ਹੈ, ਅਕਾਲੀ ਫੂਲਾ ਸਿੰਘ ਦੀ ਐਗਜ਼ਾਮਪਲ ਹੋ ਗਈ, ਮੈਂ ਨਾਲ ਹੀ ਆ ਜਾਂਦਾ ਕਿਉਂਕਿ ਜਿਹੜੇ ਗੱਲ ਸੁਣ ਰਹੇ ਹੋਣਗੇ ਉਹ ਕਹਿਣਗੇ ਵੀ ਅਕਾਲੀ ਫੂਲਾ ਸਿੰਘ ਜਥੇਦਾਰ ਸੀ। ਅਕਾਲੀ ਫੂਲਾ ਸਿੰਘ ਆਪਦੇ ਜਥੇ ਦਾ ਜਥੇਦਾਰ ਸੀ, ਤੇ ਉਹ ਜਥੇ ਕੋਲ ਅਕਾਲ ਤਖਤ ਤੇ ਦਰਬਾਰ ਸਾਹਿਬ ਦੀ ਪ੍ਰੋਟੈਕਸ਼ਨ ਸੀ। ਦਰਬਾਰ ਸਾਹਿਬ ਕੰਪਲੈਕਸ 'ਚ ਇੱਕ ਛੋਟਾ ਜਿਹਾ ਕਿਲਾ ਵੀ ਬਣਿਆ ਜਿਹਨੂੰ ਬੁੱਗਾ ਰਾਮਗੜੀਆ ਕਹਿੰਦੇ ਆ ਜੀ। ਤੇ ਦੋ ਆਪਣੇ ਆਬਜ਼ਰਵੇਸ਼ਨ ਟਾਵਰ ਲੈ ਗਏ ਜੋ 1984 ਚ ਮੁੰਡਿਆਂ ਨੇ ਉੱਥੇ ਚੜ੍ਹ ਕੇ ਲੜਾਈ ਲੜੀ ਸੀ। ਉਹ ਕਿਲਾ ਵੀ ਹੈ। ਉਹ ਇਸ ਜਿਹੜਾ ਦਰਬਾਰ ਸਾਹਿਬ ਹੈ ਕੋਈ ਸਧਾਰਨ ਸ਼ਰਾਈਨ ਨਹੀਂ ਹੈ, ਇਹਦੇ ਕੰਪਲੈਕਸ ਸਾਰਾ ਕੁਝ ਹੀ ਹੈ। ਉਹ ਜਿਹੜੀ ਜਥੇਦਾਰੀ ਦੀ ਪ੍ਰਥਾ ਹੈ ਅਕਾਲੀ ਫੂਲਾ ਸਿੰਘ ਵੇਲੇ, ਉਹ ਜਥੇਦਾਰ ਆਪਣੇ ਬੁੱਢਾ ਦਲ ਦੇ ਸੀਗੇ ਤੇ ਉਹ ਰਹਿੰਦੇ ਅਕਾਲ ਤਖਤ ਸੀ, ਇਸ ਕਰਕੇ ਉਹਨਾਂ ਨੂੰ ਜਥੇਦਾਰ ਅਕਾਲ ਤਖਤ ਕਿਹਾ ਗਿਆ। ਬੈਕਗਰਾਉਂਡ ਇਹ ਹੈ। ਫਿਰ ਜਿਹੜਾ ਮੈਨੇਜਰ ਸੀ ਉਹਨੂੰ ਸਰਬਰਾ ਕਿਹਾ ਗਿਆ। ਜਥੇਦਾਰੀ 1920 ਤੋਂ ਬਾਅਦ ਸ਼ੁਰੂ ਹੁੰਦੀ ਹੈ ਤੇ ਉਹ ਜਥੇਦਾਰੀ ਕਿਵੇਂ ਹੈ, ਹੁਣ ਕਹਿੰਦੇ ਵੀ ਉਹ 1925 ਦੇ ਐਕਟ 'ਚ ਆ ਗਈ, ਐਕਟ ਖਤਮ ਕਰੋ। ਐਕਟ ਤਾਂ ਭਾਈ ਤੁਸੀਂ ਆਪ ਹੀ ਬਣਾਇਆ, ਅੰਗਰੇਜ਼ਾਂ ਨੇ ਤਾਂ ਫੈਸਿਲਿਟੇਟ ਕੀਤਾ ਸੀਗਾ। ਐਕਟ ਤਾਂ ਕਿਸੇ ਨੇ ਮੰਗਿਆ ਹੀ ਨਹੀਂ ਸੀ, ਸੰਘਰਸ਼ ਦੇ ਵਿੱਚ ਐਕਟ ਨਿਕਲਿਆ। ਉਹਦੇ 'ਚ ਕੁਛ ਤਰੁੱਟੀਆਂ ਹੈਗੀਆਂ, ਉਹਨੂੰ ਅਮੈਂਡ ਕਰ ਲਓ ਤਾਂ ਛੋਟੀ ਗੱਲ ਆ। ਉਹ ਅਸੀਂ ਉਹਨਾਂ ਗੱਲਾਂ ਵੱਲ ਨਹੀਂ ਪੈਂਦੇ ਹੁੰਦੇ, ਸਿੱਧੇ ਕ੍ਰਿਟਿਸਾਈਜ਼ ਕਰਨ ਲੱਗ ਪੈਂਦੇ ਆ। ਹੌਲੀ ਹੌਲੀ ਇਹ ਜਥੇਦਾਰ ਦਾ ਜਿਹੜਾ ਆਫਿਸ ਹੈ ਇਵਾਲਵ ਹੋਣਾ ਸ਼ੁਰੂ ਹੋ ਗਿਆ ਸਾਡੇ ਸਾਹਮਣੇ। ਮੈਨੂੰ ਯਾਦ ਅੱਜ ਤੱਕ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਬੈਠੇ ਤੇ ਜਥੇਦਾਰ ਕਿਰਪਾਲ ਸਿੰਘ ਤਨਖਾਹ ਲੈਣ ਆ ਗਏ ਤੇ ਸਾਹਿਬ ਭਰਪੂਰ ਸਿੰਘ ਬਨਵੀਰ ਵੀ ਸਾਡੇ ਨਾਲ ਬੈਠੇ ਸੀਗੇ। ਉਹਨਾਂ ਦਾ ਸੁਭਾਅ ਵੀ ਖਾਸੇ ਕਮੈਂਟ ਕਰਨ ਵਾਲਾ ਹੁੰਦਾ ਸੀਗਾ। ਉਹ ਕਹਿੰਦਾ ਲੈ ਵੀ ਆ ਜਥੇਦਾਰ ਵੀ ਤੇਰੇ ਆਉਂਦਾ ਤਨਖਾਹ ਲੈਣ। ਉਦੋਂ ਤੱਕ ਜਥੇਦਾਰ ਨੂੰ ਤਨਖਾਹ ਮਿਲਦੀ ਸੀ। ਇੱਕ ਦਿਨ ਆਪਣੇ
ਐਸਜੀਪੀਸੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਇਹ ਕਿਤੇ ਆ ਰਹੇ ਸੀ ਆਪਦੀ ਗੱਡੀ ਦੇ ਵਿੱਚ, ਤੇ ਕੋਈ ਜਥੇਦਾਰ ਬੱਸ ਫੜਨ ਵਾਸਤੇ ਕਿਸੇ ਅੱਡੇ ਤੇ ਖੜਾ ਸੀਗਾ। ਉਹ ਕਹਿੰਦੇ ਮੈਨੂੰ ਬੜਾ ਫੀਲ ਹੋਇਆ, ਕਹਿੰਦੇ ਮੈਨੂੰ ਪਹਿਲੇ ਦਿਨ ਲੱਗਿਆ ਕਿ ਅਸੀਂ ਜਥੇਦਾਰ ਕਹਿੰਦੇ ਆ ਇਹ ਵਿਚਾਰਾ ਬੱਸ ਦੀ ਵੇਟ ਕਰੀ ਜਾਂਦਾ ਖੜਾ। ਉਹਨਾਂ ਨੇ ਅੱਗੇ ਆਰਡਰ ਕੀਤੇ ਵੀ ਇਹਨਾਂ ਸਾਰਿਆਂ ਨੂੰ ਗੱਡੀਆਂ ਦਿਓ, ਤੇ ਅੱਜ ਤੋਂ ਇਹ ਤਨਖਾਹਦਾਰ ਮੁਲਾਜ਼ਮ ਨਹੀਂ ਹੋਣਗੇ। ਇਸ ਤਰ੍ਹਾਂ ਹੌਲੀ ਹੌਲੀ ਇਹਨਾਂ ਦੀ ਜਿਹੜੀ ਸਰਵਿਸਿਜ਼ ਹੈ ਉਹ ਕੋਡੀਫਾਈ ਹੋਣੀਆਂ ਸ਼ੁਰੂ ਹੋਈਆਂ। ਸਨ 1999 ਦੇ ਵਿੱਚ ਧਰਮ ਪ੍ਰਚਾਰ ਕਮੇਟੀ ਨੇ ਇੱਕ ਮਤਾ ਪਾਸ ਕੀਤਾ, ਮੇਰੇ ਕੋਲ ਕਾਪੀ ਪਈ ਹੈ ਉਹਦੀ। ਜਥੇਦਾਰ ਟੌੜਾ ਉਦੋਂ ਹਜੇ ਪ੍ਰਧਾਨ ਸੀਗੇ, 99 ਜਾਂ 98 98 ਚ ਕੀਤਾ, ਅਰਲੀ 99 ਚ ਜਦੋਂ ਜਥੇਦਾਰ ਟੌੜਾ ਨੇ ਉੱਥੋਂ ਉਹਦਾ ਟਰਮ ਖਤਮ ਆਪਣੇ ਸਹਿ ਕੀਤਾ ਗਿਆ, ਰਿਜ਼ਾਈਨ ਕੀਤਾ ਉਹਨਾਂ ਨੇ। ਧਰਮ ਪ੍ਰਚਾਰ ਕਮੇਟੀ ਨੇ ਮਤਾ ਪਾਸ ਕਰਤਾ। ਅਗਲੀ ਮੀਟਿੰਗ ਦੇ ਵਿੱਚ ਉਹ ਰੈਟੀਫਾਈ ਹੋਣਾ ਸੀਗਾ। ਪ੍ਰੋਸੀਜਰ ਹੈ ਨਾਰਮਲ, ਮਿੰਟਸ ਅਗਲੀ ਮੀਟਿੰਗ ਦੇ ਵਿੱਚ ਰੈਟੀਫਾਈ ਹੁੰਦੇ ਆ। ਅਗਲੀ ਮੀਟਿੰਗ 'ਚ ਗੁਰਚਰਨ ਸਿੰਘ ਟੌੜਾ ਪ੍ਰਧਾਨ ਨਹੀਂ ਸੀਗੇ ਤੇ ਉਹ ਰੈਟੀਫਾਈ ਨਹੀਂ ਸੀ ਹੋਇਆ। ਸੋ ਇਹਨਾਂ ਦੀ ਸਰਵਿਸ ਕੰਡੀਸ਼ਨ, ਸਿਸਟਮ ਆਫ ਵਰਕਿੰਗ, ਇਹ ਹਾਲੇ ਇਵਾਲਵ ਹੋਣਾ ਹੈ। ਕਈ ਮੀਟਿੰਗ ਦੇ ਵਿੱਚ ਇਹ ਗੱਲ ਉੱਠੀ ਹੈ ਕਿ ਜਥੇਦਾਰ ਅਕਾਲ ਤਖਤ ਦੇ ਨਾਲ ਉਹਨਾਂ ਦੀ ਐਡਵਾਈਸ ਵਾਸਤੇ ਇੱਕ ਕਮੇਟੀ 11 ਜਾਂ 21 ਮੈਂਬਰੀ ਹੋਣੀ ਚਾਹੀਦੀ ਹੈ, ਜਿਹਨੂੰ ਸੈਕਟਰੀਏਟ ਵੀ ਕਿਹਾ ਗਿਆ। ਦਫ਼ਤਰ ਨਹੀਂ, ਸੈਕਟਰੀਏਟ ਦਫ਼ਤਰ ਦੀ ਗੱਲ ਨਹੀਂ ਕਰ ਰਿਹਾ ਮੈਂ, ਦਫ਼ਤਰ ਤਾਂ ਹੈਗਾ ਹੁਣ। ਤੇ ਉਹਨਾਂ ਦੇ ਫੰਕਸ਼ਨਿੰਗ ਵਾਸਤੇ, ਐਡਵਾਈਸ ਵਾਸਤੇ ਕਮੇਟੀ ਹੋਣੀ ਚਾਹੀਦੀ ਹੈ, ਜਿਹਦੇ ਕੋਲੇ ਪਹਿਲਾਂ ਸਾਰੇ ਇਸ਼ੂ ਡਿਸਕਸ ਕਰੇ। ਜਿਹੜਾ 78 ਦਾ ਆਪਣੇ ਹੁਕਮਨਾਮਾ ਸੀਗਾ ਨਿਰੰਕਾਰੀਆਂ ਦੇ ਖਿਲਾਫ, ਉਹ ਤਿਆਰ ਹੋਇਆ ਸੀ। ਐਸਜੀਪੀਸੀ ਨੇ ਜਨਰਲ ਬਾਡੀ ਮੀਟਿੰਗ ਬੁਲਾਈ ਸੀ, ਉਹਦੇ ਸਿੱਖ ਵਿਦਵਾਨ ਵੀ ਬੁਲਾਏ ਸੀ, ਬਾਕੀ ਜਥੇਬੰਦੀਆਂ ਦੇ ਨੁਮਾਇੰਦੇ ਵੀ ਬੁਲਾਏ ਸੀ। ਉਹਦੇ ਫੈਸਲਾ ਕੀਤਾ ਗਿਆ ਸੀ। ਉਹ ਜਿਹੜੀ ਹੁਕਮਨਾਮਾ ਤਿਆਰ ਫਾਈਨਲਾਈਜ਼ ਕੀਤਾ, ਉਹ ਜਥੇਦਾਰ ਸਾਧੂ ਸਿੰਘ ਭੌਰਾ ਨੇ ਇਕੱਲਿਆਂ ਨੇ ਆਪਣੇ ਦਸਤਖਤਾਂ ਹੇਠ 10 ਜੂਨ 1978 ਨੂੰ ਲਾਗੂ ਕੀਤਾ ਸੀ, ਅਨਾਉਂਸ ਕੀਤਾ ਸੀ। ਸਿਸਟਮ ਇਹ ਹੈ। ਹੁਣ ਹਾਲਤ ਇਹ ਹੈ ਕਿ ਅਸੀਂ ਇਹਨਾਂ ਨੂੰ ਐਡਾਕ ਐਮਪਲਾਈਜ਼ ਦੀ ਤਰ੍ਹਾਂ ਟ੍ਰੀਟ ਕਰਦੇ, ਜਦੋਂ ਜੀ ਕੀਤਾ ਇਹਨਾਂ ਨੂੰ ਸਰਵਿਸ ਖਤਮ ਕਰਤੀ। ਜਥੇਦਾਰ ਹਰਪ੍ਰੀਤ ਸਿੰਘ ਅੱਜ ਤੱਕ ਐਕਟਿੰਗ ਜਥੇਦਾਰ, ਜਦੋਂ ਦੇ ਇਹਨਾਂ ਨੂੰ ਚਾਰਜ ਦਿੱਤਾ। ਇਹ ਅਸੀਂ ਖੁਦ ਹੀ ਟ੍ਰੀਟ ਨਹੀਂ ਕਰਦੇ ਉਹਨਾਂ ਨੂੰ ਕੌਮ ਦੇ ਜਥੇਦਾਰ, ਤੇ ਫਿਰ ਇਹ ਸਮੱਸਿਆ ਤਾਂ ਆਏਗੀ। ਸੋ ਮੇਰਾ ਪਹਿਲਾ ਇਸ਼ੂ ਇਹ ਹੈ ਕਿ ਪਹਿਲਾਂ ਤੁਸੀਂ ਡਿਸਾਈਡ ਕਰੋ ਕਿ ਅਕਾਲ ਤਖਤ ਵੀ ਇੰਸਟੀਟਿਊਸ਼ਨ ਕੀ ਹੈ। ਹੁਣ ਥਾਂ ਥਾਂ ਤੇ ਤਾਂ ਉੱਥੇ ਗ੍ਰੰਥ ਸਾਹਿਬ ਪਏ ਆ, ਤੁਸੀਂ ਤਾਂ ਉਹਨਾਂ ਨੂੰ ਗੁਰਦੁਆਰਾ ਬਣਾਤਾ। ਇੱਕ ਵੱਡੀ ਸਾਰੀ ਉੱਥੇ ਗੋਲਕ ਰੱਖਤੀ, ਗੋਲਕ ਵੀ ਨਹੀਂ ਸੀ ਹੁੰਦੀ ਉੱਥੇ, ਉੱਥੇ ਗ੍ਰੰਥ ਸਾਹਿਬ ਵੀ ਨਹੀਂ ਸੀ ਹੁੰਦਾ ਸਾਡੇ ਦੇਖਣ ਦੇ ਵਿੱਚ। ਫਿਰ ਤੁਸੀਂ ਕਰ ਕੀ ਰਹੇ ਹੈ? ਜੇ ਤੁਸੀਂ ਇਹ ਗੁਰਦੁਆਰਾ ਹੀ ਬਣਾਉਣਾ ਹੈ, ਤੇ ਜਿਹੜਾ ਜਥੇਦਾਰ ਹੈ ਉਹ ਇੱਕ ਗ੍ਰੰਥੀ ਤੋਂ ਬਾਅਦ ਉਹਦਾ ਰੁਤਬਾ ਕੋਈ ਨਹੀਂ ਹੋਏਗਾ, ਤੇ ਜਥੇਦਾਰ ਗ੍ਰੰਥੀ ਨਹੀਂ ਹੁੰਦਾ। ਕਾਲੀ ਫੂਲਾ ਸਿੰਘ ਗ੍ਰੰਥੀ ਨਹੀਂ ਸੀ। ਇੱਥੇ ਹੀ ਫਰਕ ਹੈ। ਸੋ ਦੋਵੇਂ ਇਸ਼ੂ ਜਦੋਂ ਤੁਸੀਂ ਇਹ ਫੈਸਲਾ ਕਰ ਲਓਗੇ ਕਿ ਜਿਹੜਾ ਅਕਾਲ ਤਖਤ ਹੈ ਇਹਦਾ ਰੁਤਬਾ ਉਹੀ ਬਹਾਲ ਕਰਨਾ ਪੁਰਾਣਾ, ਫਿਰ ਜਿਹੜਾ ਜਥੇਦਾਰ ਹੈ ਉਹਦਾ ਰੁਤਬਾ ਬਹਾਲ ਹੋਏਗਾ। ਇਹ ਨਹੀਂ ਕਿ ਕਿਸੇ ਅਕਾਲੀ ਲੀਡਰ ਦੇ ਘਰ ਜਾ ਕੇ ਉਹ ਸਲਾਮ ਮਾਰੇਗਾ। ਉਹ ਮੈਂ ਪੜ੍ਹ ਰਿਹਾ ਸੀ ਹੁਣ ਥੋੜੀ ਦੇਰ ਪਹਿਲਾਂ ਇੱਕ ਮਿੰਟ, ਇੱਕ ਅਕਾਲੀ ਲੀਡਰ ਨੇ ਕਿਹਾ ਵੀ ਸਾਡੇ ਹਿਰਦੇ ਨੂੰ ਬੜੀ ਠੇਸ ਵੱਜੀ ਹੈ। ਮੈਨੂੰ ਇਹ ਗੱਲ ਬੜੀ ਹੀ ਵਧੀਆ ਲੱਗੀ ਵੀ ਠੇਸ, ਅਕਾਲੀ ਦਲ ਦੇ ਲੀਡਰਾਂ ਨੂੰ ਘੱਟੋ ਘੱਟ ਠੇਸ ਲੱਗਣੀ ਤਾਂ ਸ਼ੁਰੂ ਹੋਈ। ਇਹ ਤਾਂ ਇਹਨਾਂ ਨੂੰ ਤਾਂ ਠੇਸ ਲੱਗਦੀ ਹੀ ਨਹੀਂ ਸੀ, ਇਮਿਊਨਿਟੀ ਹੋਈ ਵੀ ਸੀਗੀ ਬੜੇ ਸਾਲਾਂ ਤੋਂ। ਇਹਨਾਂ ਨੂੰ ਬਰਗਾੜੀ ਹੋ ਗਿਆ, ਉਦੋਂ ਨਹੀਂ ਠੇਸ ਲੱਗੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰਾਂ ਨੂੰ ਬੁਲਾ ਕੇ ਆਪਣੇ ਘਰ ਮਾਫੀ ਦਵਾਈ ਆਪਣੇ ਸੱਚੇ ਸੌਦੇ ਵਾਲੇ ਸਾਧ ਨੂੰ, ਉਦੋਂ ਵੀ ਠੇਸ ਨਹੀਂ ਲੱਗੀ। ਆਪਣੇ ਕੋਟਕਪੂਰੇ ਗੋਲੀ ਚੱਲੀ, ਉਦੋਂ ਵੀ ਠੇਸ ਨਹੀਂ ਲੱਗੀ। ਔਰ 3 ਘੰਟੇ ਬਾਅਦ 2 ਸ਼ਰਧਾਲੂ ਮਾਰੇ ਗਏ। ਬਹਿਬਲ ਕਲਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਸੀ, ਉਦੋਂ ਵੀ ਠੇਸ ਹੀ ਨਹੀਂ ਲੱਗੀ। ਮੈਂ ਕਿੰਨੇ ਕੁ ਐਗਜ਼ਾਮਪਲ ਦਿਆਂ ਕਿ ਇਹਨਾਂ ਨੂੰ ਠੇਸ ਨਹੀਂ ਲੱਗੀ। ਸੋ ਮੈਨੂੰ ਇਹ ਗੱਲ ਬੜੀ ਵਧੀਆ ਲੱਗੀ ਕਿ ਉਹ ਕਹਿੰਦੇ ਵੀ ਸਾਨੂੰ ਜਥੇਦਾਰ ਦੇ ਇੱਥੇ ਜਾਣ ਨਾਲ ਠੇਸ ਲੱਗੀ। ਚਲੋ ਇਹ ਸ਼ੁਰੂਆਤ ਹੈ, ਇਹਨਾਂ ਨੂੰ ਠੇਸ ਲੱਗਣੀ ਚਾਹੀਦੀ ਹੈ। ਜੇ ਮੁੜ ਕੇ ਠੇਸ ਲੱਗਣੀ ਸ਼ੁਰੂ ਹੋਈ ਹੈ, ਸ਼ਾਇਦ ਅਕਾਲੀ ਦਲ ਠੀਕ ਰਸਤੇ ਤੇ ਆ ਜਾਏ। ਸੋ ਇਹ ਪਹਿਲਾਂ ਨਜ਼ਾਰੇ ਹੋਣੇ ਚਾਹੀਦੇ। ਪ੍ਰੋਫੈਸਰ ਸਾਹਿਬ, ਤੁਸੀਂ ਲਾਸਟ ਜੀ। ਜਾਂਦੇ ਜਾਂਦੇ ਇਹਦੇ ਤੇ ਕੋਈ ਟਿੱਪਣੀ ਇਸੇ ਸਾਰੇ ਇਸ਼ੂ ਤੇ ਕਰਨਾ ਚਾਹੋ? ਦੇਖੋ ਇਦਾਂ ਹੈਗਾ, ਦੋ ਚੀਜ਼ਾਂ ਇਹਦੇ ਵਿੱਚ ਹੈਗੀਆਂ। ਪਹਿਲੀ ਚੀਜ਼, ਅਗਰ ਜਥੇਦਾਰ ਅਕਾਲ ਤਖਤ ਐਜ਼ ਜਥੇਦਾਰ ਉੱਥੇ ਗਏ ਹੈ ਤਾਂ ਇਹਦਾ ਮਤਲਬ ਇਹ ਹੈਗਾ ਕਿ ਇੱਕ ਇੰਸਟੀਟਿਊਸ਼ਨ ਜਾ ਰਿਹਾ ਉੱਥੇ ਪਾਰਟਿਸਿਪੇਸ਼ਨ ਵਾਸਤੇ। ਅਗਰ ਗਿਆਨੀ ਹਰਪ੍ਰੀਤ ਸਿੰਘ ਨਾਲ ਉਹਨਾਂ ਦਾ ਕੋਈ ਪਰਸਨਲ ਲੈਵਲ ਤੇ ਲਿੰਕ ਹੈ, ਦੋਸਤੀ ਹੈ, ਤੇ ਐਜ਼ ਐਨ ਇੰਡੀਵਿਜੂਅਲ ਅਗਰ ਕੋਈ ਵਿਅਕਤੀ ਜਾ ਰਿਹਾ ਹੈ ਤਾਂ ਇਹਦਾ ਮਤਲਬ ਹੈ ਉਹਦੇ ਪਰ ਕੋਈ ਆਬਜੈਕਸ਼ਨ ਕਿਸੇ ਨੂੰ ਨਹੀਂ ਹੋ ਸਕਦਾ।
ਲੇਕਿਨ ਜਥੇਦਾਰ ਅਕਾਲ ਤਖਤ ਦਾ ਉੱਥੇ ਪਾਰਟਿਸਿਪੇਟ ਕਰਨਾ, ਉਹਦੇ ਵਿੱਚ ਕਿਆ ਇਹ ਪੋਸੀਬਲ ਹੈ ਕਿ ਜਥੇਦਾਰ ਅਕਾਲ ਤਖਤ ਔਨ ਹਿਜ਼ ਓਨ ਚਲਾ ਜਾਵੇ? ਕਿਆ ਉਹਨੂੰ ਕਿਸੇ ਦੀ ਐਡਵਾਈਸ ਹੋਏਗੀ? ਕਿਆ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਉਹ ਕੰਸਲਟ ਕਰਕੇ ਗਏ ਹੈ ਜਾਂ ਆਪਣੇ ਆਪ ਹੀ ਚਲੇ ਗਏ ਹੈ? ਤਾਂ ਕਿਸ ਕੈਪੈਸਿਟੀ 'ਚ ਉਹਨਾਂ ਨੂੰ ਬੁਲਾਇਆ ਗਿਆ? ਇਹ ਸਾਰੀਆਂ ਚੀਜ਼ਾਂ ਜਦ ਤੱਕ ਕਲੀਅਰ ਨਹੀਂ ਹੁੰਦੀਆਂ, ਉਸ ਵੇਲੇ ਤੱਕ ਆਪਾਂ ਉਹਨਾਂ ਦੀ ਉੱਥੇ ਜਿਹੜੀ ਪ੍ਰੈਜ਼ੈਂਸ ਹੈ ਉਹਨੂੰ ਆਪਾਂ ਡਿਟਰਮਿਨ ਨਹੀਂ ਕਰ ਸਕਦੇ। ਇਸ ਕਰਕੇ ਮੈਂ ਕਹਿ ਰਿਹਾ, ਮੇਰਾ ਕਹਿਣਾ ਤਾਂ ਇਹ ਨਹੀਂ ਹੈ ਕਿ ਇੰਡੀਵਿਜੂਅਲ ਲੈਵਲ ਤੇ ਕੋਈ ਵੀ ਕਿਸੇ ਨੂੰ ਬੁਲਾ ਸਕਦਾ ਹੈ, ਲੇਕਿਨ ਜਥੇਦਾਰ ਅਕਾਲ ਤਖਤ ਦਾ ਜਾਣਾ ਐਜ਼ ਜਥੇਦਾਰ ਅਕਾਲ ਤਖਤ, ਤਾਂ ਇਹਦਾ ਮਤਲਬ ਹੈਗਾ ਕਿਤੇ ਨਾ ਕਿਤੇ ਹੋ ਸਕਦਾ ਹੈ ਅਕਾਲੀ ਦਲ ਕੋਈ ਪਾਈਪਲਾਈਨ ਖੋਲ ਰਿਹਾ ਹੋਵੇ ਉਹਨਾਂ ਦੇ ਨਾਲ, ਜਾਂ ਕਿਉਂਕਿ ਸਭ ਨੂੰ ਪਤਾ ਹੈ ਕਿ ਜਥੇਦਾਰ ਅਕਾਲ ਤਖਤ ਇਜ਼ ਅਪਾਇੰਟਡ ਬਾਈ ਐਸਜੀਪੀਸੀ, ਜਿਹਨੂੰ ਕਿ ਕੰਟਰੋਲ ਜਿਹੜਾ ਹੈਗਾ ਉਹ ਅਕਾਲੀ ਦਲ ਕਰਦਾ ਹੈ। ਇਹ ਚੀਜ਼ ਜਿਹੜੀ ਹੈਗੀ ਆ, ਇਹ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਹੈ ਜਦ ਵੀ ਆਪਾਂ ਇਸ ਮਸਲੇ ਨੂੰ ਦੇਖਦੇ ਹਾਂ। ਔਰ ਪਿਛੇ ਕੱਲ ਤੋਂ ਕਾਫੀ ਜ਼ਿਆਦਾ ਪਰ ਚਰਚਾ ਤੇ ਡਿਸਕਸ਼ਨ ਵੀ ਹੋ ਰਹੀ ਹੈ, ਔਰ ਲੋਕਾਂ ਨੇ ਉਹਨਾਂ ਦਾ ਜਥੇਦਾਰ ਅਕਾਲ ਤਖਤ ਦਾ ਉੱਥੇ ਜਾਣਾ ਕੋਈ ਜ਼ਿਆਦਾ ਅੱਛਾ ਨਹੀਂ ਸਮਝਿਆ। ਉਹਦੇ ਬਾਰੇ ਕੋਈ ਕਾਈਂਡ ਜਾਂ ਵਧੀਆ ਕਮੈਂਟ ਸੋਸ਼ਲ ਮੀਡੀਆ ਤੇ ਨਹੀਂ ਆ ਰਹੇ। ਵੈਸੇ ਤਾਂ ਓਵਰਆਲ ਇਹ ਜਿਹੜਾ ਇੱਕ ਓਵਰਆਲ ਮਿਜਾਜ ਹੀ ਬਦਲਦਾ ਜਾ ਰਿਹਾ ਹੈ ਸੋਸ਼ਲ ਵੈਲਿਊ ਸਿਸਟਮ ਦਾ, ਪੋਲਿਟਿਕਸ ਦਾ। ਜਥੇਦਾਰ ਸਾਹਿਬ ਤਾਂ ਉੱਥੇ ਹੀ ਗਏ ਨੇ, ਤੇ ਇਦੋਂ ਪਹਿਲਾਂ ਜਦੋਂ ਸੁਖਬੀਰ ਸਿੰਘ ਬਾਦਲ ਨੇ ਵਰਲਡ ਕਬੱਡੀ ਕੱਪ ਕਰਾਏ ਸੀ, ਉਦੋਂ ਵੀ ਕਈ ਫਿਲਮ ਐਕਟਰ ਤੇ ਐਕਟਰੈਸਾਂ ਆਈਆਂ ਸੀ। ਬਾਦਲ ਸਾਹਿਬ ਵੀ 5 ਵਾਰ ਦੇ ਚੀਫ ਮਿਨਿਸਟਰ ਸਟੇਜ ਤੇ, ਉਹ ਉਦੋਂ ਵੀ ਲੋਕਾਂ ਨੇ ਇਤਰਾਜ਼ ਕੀਤੇ ਵੀ ਕਬੱਡੀ ਦੇ ਮੈਚ ਨੇ ਤੇ ਕਰੋੜਾਂ ਰੁਪਇਆ, 4-5 ਕਰੋੜ ਰੁਪਇਆ ਦਿੱਤਾ ਸੀਗਾ ਜਿਹੜੀਆਂ ਵੱਡੀਆਂ ਐਕਟਰੈਸ ਨੂੰ ਮਤਲਬ 10-15 ਮਿੰਟ ਲਈ ਸਟੇਜ ਤੇ ਪਰਫਾਰਮ ਕਰਨ ਦਾ, ਜਾਂ ਬਾਕੀ ਨਹੀਂ ਤਾਂ ਫਿਰ ਅਕਾਲੀ ਸਿਆਸਤ ਤਾਂ ਇਹ ਸੀ ਕਿ ਉੱਥੇ ਢਾਡੀ ਤੇ ਉੱਥੇ 12 ਗਾਉਣ ਵਾਲੇ ਬੰਦੇ ਤੇ ਕਵੀਸ਼ਰ ਇਹੀ ਲੱਗਦੇ ਰਹੇ ਨੇ ਅਕਾਲੀ ਦਲ ਦੀਆਂ ਕਾਨਫਰੰਸਾਂ 'ਚ ਜਾਂ ਬਾਕੀ ਜਗ੍ਹਾ। ਇੱਕ ਟ੍ਰੈਂਡ ਉਹ ਹੈ, ਇੱਕ ਟ੍ਰੈਂਡ ਮਾਡਰਨ ਹੋਣ ਦਾ ਵੀ ਹੈ। ਕੀ ਇਹ ਮਾਡਰਨਿਜ਼ਮ ਦਾ ਜਿਹੜਾ ਇੱਕ ਤਰੀਕਾਕਾਰ ਹੈ ਉਹਨੂੰ ਅਡਾਪਟ ਕਰਨਾ ਕੋਈ ਗਲਤ ਗੱਲ ਹੈ, ਜਾਂ ਪੁਰਾਣਾ ਬਿਲਕੁਲ ਛੱਡ ਹੀ ਦੇ ਕੇ ਤਾਂ ਮਾਡਰਨਿਜ਼ਮ ਆਉਂਦਾ ਹੁੰਦਾ ਹੈ, ਉਹਨੂੰ ਮਾਡਰਨ ਕਿਹਾ ਜਾਂਦਾ, ਜਾਂ ਮਾਡਰਨਿਜ਼ਮ ਇੱਕ ਥਾਟ ਪ੍ਰੋਸੈਸ ਦਾ ਨਾਂ ਹੁੰਦਾ, ਕੱਲਾ ਆਹ ਚੀਜ਼ਾਂ ਬਦਲਣ ਦਾ ਨਾਂ ਨਹੀਂ ਹੁੰਦਾ। ਇਹ ਖੈਰ ਇੱਕ ਐਵੋਲਿਊਸ਼ਨ ਹੈ, ਮੇਰਾ ਖਿਆਲ ਹੈ ਇਹ ਚਰਚਾਵਾਂ ਵੀ ਲਗਾਤਾਰ ਹੁੰਦੀਆਂ ਰਹਿਣਗੀਆਂ, ਸਮਾਜਿਕ ਪੱਖ ਤੋਂ, ਸਿਆਸੀ ਪੱਖ ਤੋਂ, ਬਾਕੀ ਦੇ ਜਿਹੜੇ ਰੁਤਬਿਆਂ ਦੇ ਪੱਖ ਤੋਂ। ਅੱਜ ਲਈ ਇੰਨਾ ਹੀ, ਬਹੁਤ ਬਹੁਤ ਸ਼ੁਕਰੀਆ ਸਾਡਾ। ਥੈਂਕ ਯੂ। ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ।